आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 221। ब्रह्म अर्थात छर पुरुष ਇਹ ਕੇਵਲ 21 ਬ੍ਰਹਿਮੰਡਾਂ ਦਾ ਪ੍ਰਭੂ ਹੈ। ਇਹ ਵੀ ਸਰਵਵਿਆਪੀ ਅਰਥਾਤ ਵਾਸੁਦੇਵ ਨਹੀਂ ਹੈ। ਅਕਸ਼ਰ ਪੁਰਸ਼ ਇਹ ਕੇਵਲ 7 ਸ਼ੰਖ ਬ੍ਰਹਿਮੰਡਾਂ ਦਾ ਪ੍ਰਭੂ ਹੈ। ਇਹ ਵੀ ਸਰਵਵਿਆਪੀ ਅਰਥਾਤ ਵਾਸੁਦੇਵ ਨਹੀਂ ਹਨ। ਪਰਮ ਅਕਸ਼ਰ ਬ੍ਰਹਮ ਇਹ ਸਰਵ ਬ੍ਰਹਿਮੰਡਾਂ ਦਾ ਸਵਾਮੀ ਹੈ। ਸਰਵ ਦਾ ਧਾਰਨ ਪੋਸ਼ਣ ਕਰਨ ਵਾਲਾ ਹੈ। ਇਹ ਵਾਸੁਦੇਵ ਹੈ। ਵਿਸ਼ੇਸ਼ ਅਧਿਕ ਜਾਣਕਾਰੀ ਦੇ ਲਈ ਪੜ੍ਹੋ ਇਸ ਹੀ ਪੁਸਤਕ ਦੇ ਸ੍ਰਿਸ਼ਟੀ ਰਚਨਾ ਜਿਵੇਂ ਕਿ ਆਪ ਨੂੰ ਪਿਛਲੇ ਵਿੱਚ ਦੱਸਿਆ ਹੈ ਕਿ ਪਰਮ ਅਕਸ਼ਰ ਬ੍ਰਹਮ ਸਵੈ ਪ੍ਰਿਥਵੀ ਤੇ ਪ੍ਰਗਟ ਹੋ ਕੇ ਚੰਗੀ ਆਤਮਾਵਾਨ ਨੂੰ ਮਿਲਦੇ ਹਨ। ਉਹਨਾਂ ਨੂੰ ਤੱਤਵ ਗਿਆਨ ਦੱਸਦੇ ਹਨ। ਇਸ ਹੀ ਵਿਧਾਨ ਅਨੁਸਾਰ ਇਹੋ ਪਰਮਾਤਮਾ ਸੰਤ ਗਰੀਬਦਾਸ ਜੀ ਨੂੰ ਪਿੰਡ ਛੁੜਾਨੀ ਜ਼ਿਲ੍ਹਾ ਝੱਜਰ ਪ੍ਰਾਂਤ ਹਰਿਆਣਾ ਸੰਨ 1727 ਵਿੱਚ ਮਿਲੇ ਸਨ। ਇੱਕ ਜਿੰਦਾ ਮਹਾਤਮਾ ਦੀ ਪੇਸ਼ਪੁਸ਼ਾ ਵਿੱਚ ਸਨ। ਗਰੀਬਦਾਸ ਜੀ ਦੀ ਆਤਮਾ ਨੂੰ ਉਸ ਸਨਾਤਨ ਪਰਮਧਾਮ ਵਿੱਚ ਲੈ ਗਏ ਸਨ। ਫਿਰ ਉੱਪਰ ਦੇ ਸਭ ਬ੍ਰਹਿਮੰਡਾਂ ਅਤੇ ਪ੍ਰਭੂਆਂ ਦੀ ਸਥਿਤੀ ਦੱਸ ਕੇ ਤੱਤਵ ਗਿਆਨ ਤੋਂ ਪਰਿਚਿਤ ਕਰਵਾ ਕੇ ਵਾਪਸ ਸਰੀਰ ਵਿੱਚ ਛੱਡਿਆਨ ਸੀ। ਉਸ ਸਮੇਂ ਸੰਤ ਗਰੀਬਦਾਸ ਜੀ ਦੀ ਉਮਰ 10 ਵਰਸ਼ ਸੀ। ਉਸ ਦਿਨ ਸੰਤ ਗਰੀਬਦਾਸ ਜੀ ਨੂੰ ਮ੍ਰਿਤ ਜਾਣ ਕੇ ਚਿਤਾ ਉੱਪਰ ਰੱਖ ਕੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਹੇ ਸਨ। ਉਸ ਹੀ ਸਮੇਂ ਉਹਨਾਂ ਦੀ ਆਤਮਾ ਨੂੰ ਸਰੀਰ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਜੀਵਿਤ ਹੋਣ ਉੱਤੇ ਸਰਵ ਕੁਲ ਦੇ ਲੋਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਉਸ ਦੇ ਪਿੱਛੋਂ ਸੰਤ ਗਰੀਬਦਾਸ ਜੀ ਨੇ ਇੱਕ ਅਨਮੋਲ ਗ੍ਰੰਥ ਦੀ ਰਚਨਾ ਕੀਤੀ। ਉਸ ਵਿੱਚ ਅੱਖੀ ਦੇਖਿਆ ਅਤੇ ਖੁਦ ਪਰਮਾਤਮਾ ਦੁਆਰਾ ਦੱਸੇ ਗਿਆਨ ਨੂੰ ਦੱਸਿਆ, ਜੋ ਇੱਕ ਗੋਪਾਲ ਦਾਸ ਨਾਮਕ ਦਾਦੂ ਪੰਥੀ ਸਾਧੂ ਨੇ ਲਿਖਿਆ ਸੀ, ਜੋ ਵਰਤਮਾਨ ਵਿੱਚ ਪ੍ਰਿੰਟ ਕਰਾ ਰੱਖਿਆ ਹੈ। ਪੰਜਾਬ ਪ੍ਰਾਂਤ ਵਿੱਚ ਲੁਧਿਆਣਾ ਸ਼ਹਿਰ ਦੇ ਕੋਲ ਇੱਕ ਬਾਸੀਅਰ ਪਿੰਡ ਹੈ। ਉਸ ਵਿੱਚ ਪ੍ਰਭੂ ਪ੍ਰੇਮੀ ਵਿਅਕਤੀ ਰਾਮ ਰਾਏ ਉਰਫ ਚੂਮਕਰਾ ਰਹਿੰਦਾ ਸੀ। ਉਸ ਨੇ ਸੰਤ ਗਰੀਬਦਾਸ ਜੀ ਦੀ ਮਹਿਮਾ ਸੁਣੀ ਤਾਂ ਦਰਸ਼ਨਾਂ ਦੇ ਲਈ ਪਿੰਡ ਛੁੜਾਨੀ ਵਿੱਚ ਚੱਲਿਆ ਆਇਆ। ਸੰਤ ਗਰੀਬਦਾਸ ਜੀ ਨੇ ਇਹ ਗਿਆਨ ਸੁਣਾਇਆ, ਜੋ ਇਸ ਦਾਸ ਸੰਤ ਰਾਮਪਾਲ ਦਾਸ ਨੂੰ ਸੰਤ ਗਰੀਬਦਾਸ ਨੂੰ ਪ੍ਰਾਪਤ ਹੋਇਆ ਹੈ, ਜੋ ਆਪ ਜੀ ਨੇ ਇਸ ਪੁਸਤਕ ਅਤੇ ਹੋਰ ਪੁਸਤਕਾਂ ਦੇ ਦੁਆਰਾ ਸੁਣਾਇਆ ਹੈ। ਉਸ ਰਾਮ ਰਾਏ ਨੇ ਪ੍ਰਸ਼ਨ ਕੀਤਾ ਕਿ ਹੇ ਮਹਾਤਮਾ ਜੀ, ਇਹ ਗਿਆਨ ਤਾਂ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ। ਸੰਤ ਗਰੀਬਦਾਸ ਜੀ ਨੇ ਬਾਣੀ ਦੇ ਦੁਆਰਾ ਦੱਸਿਆ, ਕੋਟਿਓ ਮਦ ਕੋਈ ਨਹੀਂ ਰਾਈ ਚੂਮਕਰਾ, ਅਰਬੋ ਮੇ ਕੋਈ ਗਰਕ ਸੁਣੋ ਰਾਈ ਚੂਮਕਰਾ। ਅਨੁਵਾਦ ਅਤੇ ਭਾਵਾਰਥ। ਸੰਤ ਗਰੀਬਦਾਸ ਜੀ ਨੇ ਦੱਸਿਆ ਕਿ ਇਹ ਗਿਆਨ ਕਰੋੜਾਂ ਵਿੱਚ ਕਿਸੇ ਦੇ ਕੋਲ ਨਹੀਂ ਮਿਲੇਗਾ, ਅਰਬਾਂ ਵਿੱਚ ਕਿਸੇ ਇੱਕ ਦੇ ਕੋਲ ਮਿਲੇਗਾ। ਉਹ ਸੰਤ ਸਰਵ ਗਿਆਨ ਸੰਪੰਨ ਸੰਪੂਰਨ ਸਾਧਨਾ ਦੇ ਮੰਤਰਾਂ ਨਾਲ ਗਰਕ ਪਰਿਪੂਰਨ ਹੁੰਦਾ ਹੈ। ਪਿਆਰੇ ਪਾਠਕੋ, ਉਹ ਸੰਤ ਵਰਤਮਾਨ ਵਿੱਚ ਬਰਵਾਲਾ ਜ਼ਿਲ੍ਹਾ ਹਿਸਾਰ ਵਾਲਾ ਹੈ। ਗਿਆਨ ਸਮਝੋ ਅਤੇ ਲਾਭ ਉਠਾਓ। ਪ੍ਰਸ਼ਨ: ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਭਗਤੀ ਦੀ ਸਾਧਨਾ ਨੂੰ ਆਪ ਗਲਤ ਕਿਵੇਂ ਕਹਿ ਸਕਦੇ ਹੋ? ਜਿਵੇਂ ਤਪ ਸਰਵ ਰਿਸ਼ੀਜਨ ਕਰਿਆ ਕਰਦੇ ਸਨ, ਅਸੀਂ ਸਭ ਹਿੰਦੂ ਸਮਾਜ ਵਿੱਚ ਦੇਖ ਰਹੇ ਹਾਂ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਕਿਤਾਬ जीने की राह दा पन्ना नंबर 222। वासुदेव दी परिभाषा: सब हरे कृष्णा हरे राम राधे राधे श्याम मिलादे ओम नमः शिवाय ओम नमो भगवते वासुदेवाय नमः जय सियाराम राधे श्याम ओम तत् सत विच कोई एक मंत्र दा जाप करदे आ रहे है, वर्तमान विच भी कर रहे है। श्री रामचंद्र जी श्री कृष्ण जी नूं असी पूर्ण परमात्मा मनदे हन, इस लई इन्हां दे नाम जपदे हन। ਆਪ ਇਹਨਾਂ ਨਾਮ ਜਾਪ ਮੰਤਰਾਂ ਨੂੰ ਬੇਅਰਥ ਜਾਪ ਦੱਸਦੇ ਹਨ। ਸਪਸ਼ਟੀਕਰਨ ਦਿਓ। ਉੱਤਰ: ਪ੍ਰਾਚੀਨ ਕਾਲ ਵਿੱਚ ਜੇਕਰ ਇਹ ਸਾਧਨਾ ਹੁੰਦੀ ਅਤੇ ਇਹ ਮੰਤਰ ਹੁੰਦਾ ਤਾਂ ਸ੍ਰੀਮਦ ਭਗਵਤ ਗੀਤਾ ਅਧਿਆਇ 4 ਸ਼ਲੋਕ 1 ਅਤੇ 2 ਵਿੱਚ ਗੀਤਾ ਗਿਆਨਦਾਤਾ ਇਹ ਨਹੀਂ ਕਹਿੰਦੇ ਕਿ ਇਹ ਯੋਗ ਅਰਥਾਤ ਜੋ ਭਗਤੀ ਵਿਧੀ ਮੈਂ ਗੀਤਾ ਗਿਆਨ ਵਿੱਚ ਦੱਸ ਰਿਹਾ ਹਾਂ, ਇਹ ਹੁਣ ਲੁਪਤ ਪਰਿਆਏ ਹੋ ਗਿਆ ਹੈ, ਨਸ਼ਟ ਹੋ ਗਿਆ ਹੈ। ਇਹ ਗਿਆਨ ਤੇ ਭਗਤੀ ਮੈਂ ਸੂਰਜ ਦੇਵਤਾ ਨੂੰ ਕਹੀ ਸੀ। ਫਿਰ ਮਨੂ ਨੂੰ ਸੂਰਜ ਨੇ, ਮਨੂ ਨੇ ਆਪਣੇ ਪੁੱਤਰ ਇਕਛਵਾਕੂ ਨੂੰ ਕਿਹਾ ਕਿ ਫਿਰ ਕੁਝ ਰਾਜ ਰਿਸ਼ੀਆਂ ਨੇ ਜਾਣਿਆ। ਹੁਣ ਬਹੁਤ ਸਮੇਂ ਤੋਂ ਲੁਪਤ ਸੀ ਤੇ ਮਨੂ ਇਕਛਵਾਕੂ ਆਦਿ ਸਰਵ ਸਤਯੁਗ ਦੇ ਪ੍ਰਥਮ ਚਰਨ ਵਿੱਚ ਹੋਏ ਸਨ। ਜੇਕਰ ਆਪ ਸ੍ਰੀ ਰਾਮਚੰਦਰ ਜੀ ਪੁੱਤਰ ਰਾਜਾ ਦਸ਼ਰਥ ਅਤੇ ਸ੍ਰੀ ਕ੍ਰਿਸ਼ਨ ਚੰਦਰ ਪੁੱਤਰ ਸ੍ਰੀ ਵਾਸੁਦੇਵ ਨੂੰ ਪੂਰਨ ਪਰਮਾਤਮਾ ਮੰਨਦੇ ਹਨ, ਇਸ ਲਈ ਇਹਨਾਂ ਦੇ ਨਾਮ ਹਰੇ ਰਾਮ ਹਰੇ ਕ੍ਰਿਸ਼ਨ ਆਦਿ ਜਾਪ ਕਰਦੇ ਹਨ ਅਤੇ ਇਹਨਾਂ ਤੋਂ ਮੋਕਸ਼ ਮੰਨਦੇ ਹਨ, ਤਾਂ ਸ੍ਰੀਮਦ ਭਗਵਤ ਗੀਤਾ ਵਿੱਚ ਵਰਣਿਤ ਯਥਾਰਥ ਪ੍ਰਾਚੀਨ ਯੋਗ
ਅਰਥਾਤ ਭਗਤੀ ਦੀ ਵਿਧੀ ਦੇ ਵਿਪਰੀਤ ਹੋਣ ਨਾਲ ਬੇਅਰਥ ਹਨ। ਸ਼ਾਸਤਰ ਵਿਧੀ ਤਿਆਗ ਕੇ ਮਨਮੁਖੀ ਆਚਰਨ ਹੋਇਆ, ਜਿਸ ਕਾਰਨ ਨਾਲ ਉਪਰੋਕਤ ਪ੍ਰਸ਼ਨ ਵਿੱਚ ਲਿਖੇ ਹੋਰ ਮੰਤਰ ਵੀ ਸ਼ਾਸਤਰ ਪ੍ਰਮਾਣਿਤ ਨਹੀਂ ਹਨ, ਇਸ ਲਈ ਬੇਅਰਥ ਹਨ। ਗੀਤਾ ਅਧਿਆਇ 16 ਸ਼ਲੋਕ 23 ਅਤੇ 24 ਵਿੱਚ ਕਿਹਾ ਹੈ ਕਿ ਜੋ ਪੁਰਸ਼ ਸ਼ਾਸਤਰ ਵਿਧੀ ਨੂੰ ਤਿਆਗ ਕੇ ਮਨਮੁਖੀ ਆਚਰਨ ਕਰਦੇ ਹਨ, ਉਹਨਾਂ ਨੂੰ ਨਾ ਤਾਂ ਸੁਖ ਪ੍ਰਾਪਤ ਹੁੰਦਾ ਹੈ, ਨਾ ਸਿੱਧੀ ਪ੍ਰਾਪਤ ਹੁੰਦੀ, ਅਰਥਾਤ ਬੇਅਰਥ ਸਾਧਨਾ ਹੈ। ਗੀਤਾ ਅਧਿਆਇ 16 ਸ਼ਲੋਕ 24 ਵਿੱਚ ਕਿਹਾ ਹੈ ਕਿ ਇਸ ਤੋਂ ਤੇਰੇ ਲਈ ਅਰਜੁਨ ਕਰਤੱਵ ਅਤੇ ਅਕਰਤੱਵ ਦੀ ਵਿਵਸਥਾ ਵਿੱਚ ਸ਼ਾਸਤਰ ਹੀ ਪ੍ਰਮਾਣ ਹਨ। ਭਾਵ-ਅਰਥ ਹੈ ਕਿ ਜੋ ਭਗਤੀ ਦੀ ਵਿਧੀ ਪ੍ਰਮਾਣਿਤ ਸ਼ਾਸਤਰਾਂ ਵਿੱਚ ਚਾਰਾਂ ਵੇਦਾਂ ਰਿਗਵੇਦ, ਯਜੁਰਵੇਦ, ਸਾਮਵੇਦ ਤੇ ਅਥਰਵਵੇਦ ਅਤੇ ਇਹਨਾਂ ਚਾਰਾਂ ਦਾ ਸਾਰੰਸ਼ ਸ੍ਰੀਮਦ ਭਗਵਤ ਗੀਤਾ ਅਤੇ ਸੂਖਸ਼ਮ ਵੇਦ ਜੋ ਪਰਮਾਤਮਾ ਸਵੈਮ ਨੇ ਆਪਣੇ ਮੁਖੋਂ ਬੋਲਿਆ ਸੀ, ਇਹ ਭਗਤੀ ਦੇ ਗਿਆਨ ਅਤੇ ਸਮਾਧਾਨ ਦੇ ਪ੍ਰਮਾਣਿਤ ਸ਼ਾਸਤਰ ਹਨ। ਵਰਣਿਤ ਨਹੀਂ ਹੈ ਉਹ ਸ਼ਾਸਤਰ ਵਿਰੁੱਧ ਸਾਧਨਾ ਹੈ। ਇਸ ਲਈ ਭਗਤੀ ਦੇ ਕਿਹੜੇ ਕਰਮ ਕਰਨੇ ਚਾਹੀਦੇ ਹੈ ਅਤੇ ਕਿਹੜੇ ਨਹੀਂ ਕਰਨੇ ਚਾਹੀਦੇ ਹਨ, ਉਹਨਾਂ ਦੇ ਲਈ ਸ਼ਾਸਤਰਾਂ ਨੂੰ ਹੀ ਆਧਾਰ ਮੰਨਿਆ। ਸ਼ਾਸਤਰਾਂ ਵਿੱਚ ਵਰਣਿਤ ਭਗਤੀ ਵਿਧੀ ਨੂੰ ਅਪਣਾਓ ਅਤੇ ਸਭ ਤਿਆਗ ਦੇਵੋ। ਸ੍ਰੀ ਰਾਮ ਜੀ ਦਾ ਜਨਮ ਤ੍ਰੇਤਾ ਯੁੱਗ ਦੇ ਅੰਤਿਮ ਚਰਨ ਵਿੱਚ ਹੋਇਆ ਸੀ। ਸਤਯੁਗ ਤੋਂ ਹੀ ਮਾਨਵ ਭਗਤੀ ਕਰਦਾ ਆ ਰਿਹਾ ਹੈ। ਉਸ ਸਮੇਂ ਕੌਣ ਰਾਮ ਸਨ? ਆਪ ਕਹੋਗੇ ਕਿ ਸ੍ਰੀ ਵਿਸ਼ਨੂੰ ਜੀ ਤਾਂ ਸਤਯੁਗ ਤੋਂ ਵੀ ਪਹਿਲਾਂ ਦੇ ਹਨ ਅਤੇ ਸ੍ਰੀ ਰਾਮ, ਸ੍ਰੀ ਕ੍ਰਿਸ਼ਨ ਵੀ ਖੁਦ ਸ੍ਰੀ ਵਿਸ਼ਨੂੰ ਜੀ ਹੀ ਸਨ। ਸਤਯੁਗ ਵਿੱਚ ਵੀ ਪ੍ਰਮਾਣ ਹੈ ਕਿ ਮਹਾਰਿਸ਼ੀ ਵਾਲਮੀਕੀ ਜੀ ਰਾਮ ਰਾਮ ਨਾਮ ਜਪਦੇ ਸੀ, ਉਹ ਵਿਸ਼ਨੂੰ ਵਿਸ਼ਨੂੰ ਨਹੀਂ ਜਪਦੇ ਸੀ। ਇਸ ਤੋਂ ਸਿੱਧ ਹੋਇਆ ਕਿ ਸ੍ਰੀ ਵਿਸ਼ਨੂੰ ਜੀ, ਸ੍ਰੀ ਰਾਮ, ਸ੍ਰੀ ਕ੍ਰਿਸ਼ਨ ਜੀ ਤੋਂ ਭਿੰਨ ਕੋਈ ਰਾਮ ਅਰਥਾਤ ਮਾਲਿਕ ਹੈ। ਉਸ ਰਾਮ ਦਾ ਜਾਪ ਕਰਨਾ ਚਾਹੀਦਾ ਹੈ ਜੋ ਗੀਤਾ ਅਧਿਆਇ 7 ਸ਼ਲੋਕ 29 ਵਿੱਚ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 223, ਜਿਸ ਦੇ ਵਿਸ਼ੇ ਵਿੱਚ ਕਿਹਾ ਹੈ ਕਿ ਤਤ ਬ੍ਰਹਮ ਨੂੰ ਜਾਣਨ ਵਾਲੇ ਕੇਵਲ ਜਰਾ ਅਰਥਾਤ ਵਿਰਧ ਅਵਸਥਾ ਅਤੇ ਮ੍ਰਿਤਯੂ ਤੋਂ ਛੁਟਕਾਰਾ ਪਾਉਣ ਦੇ ਲਈ ਹੀ ਭਗਤੀ ਕਰਦੇ ਹਨ। ਅਰਜੁਨ ਨੇ ਗੀਤਾ ਅਧਿਆਇ 8 ਸ਼ਲੋਕ 1 ਵਿੱਚ ਪ੍ਰਸ਼ਨ ਕੀਤਾ ਕਿ ਉਹ ਤਤ ਬ੍ਰਹਮ ਕੀ ਹੈ। ਗੀਤਾ ਗਿਆਨ ਦਾਤਾ ਨੇ ਗੀਤਾ ਅਧਿਆਇ 8 ਸ਼ਲੋਕ 3 ਵਿੱਚ ਉੱਤਰ ਦਿੱਤਾ ਕਿ ਉਹ ਪਰਮ ਅਕਸ਼ਰ ਬ੍ਰਹਮ ਹੈ। ਗੀਤਾ ਅਧਿਆਇ 8 ਦੇ ਹੀ ਸ਼ਲੋਕ 5 ਅਤੇ 7 ਵਿੱਚ ਗੀਤਾ ਗਿਆਨਦਾਤਾ ਨੇ ਆਪਣੀ ਭਗਤੀ ਕਰਨ ਨੂੰ ਕਿਹਾ ਹੈ, ਜਿਸ ਦਾ ਜਾਪ ਮੰਤਰ ਗੀਤਾ ਅਧਿਆਇ 8 ਦੇ ਹੀ ਸ਼ਲੋਕ 13 ਵਿੱਚ ਦੱਸਿਆ ਹੈ। ਓਮ ਇਤੀ ਏਕਾਕਸ਼ਰਮ ਬ੍ਰਹਮ ਵਿਵਹਾਰਨ ਮਾਮ ਅਨੁਸਮਰਨ। ਗੀਤਾ ਅਧਿਆਇ 8 ਦੇ ਹੀ ਸ਼ਲੋਕ 8, 9 ਅਤੇ 10 ਵਿੱਚ ਗੀਤਾ ਗਿਆਨਦਾਤਾ ਨੇ ਆਪਣੇ ਤੋਂ ਹੋਰ ਉਸ ਤਤ ਬ੍ਰਹਮ ਅਰਥਾਤ ਪਰਮ ਅਕਸ਼ਰ ਬ੍ਰਹਮ ਦੀ ਭਗਤੀ ਕਰਨ ਨੂੰ ਕਿਹਾ ਹੈ। ਉਸ ਦੀ ਭਗਤੀ ਦਾ ਨਾਮ ਜਾਪ ਮੰਤਰ ਗੀਤਾ ਅਧਿਆਇ 17 ਸ਼ਲੋਕ 23 ਵਿੱਚ ਦੱਸਿਆ ਹੈ। ਓਮ ਤਤ ਸਤ ਇਤੀ ਨਿਰਦੇਸ਼ः ਬ੍ਰਹਮਣ ਤ੍ਰਿਵਿਧ ਸਮਰਥः ਬ੍ਰਹਮਣਾ ਤੇਨ ਵੇਦਾ ਯੱਗः ਚ ਵੇਤਾ ਪੁਰਾ। ਸਰਲ ਅਰਥ ਬ੍ਰਹਮਣ ਸੱਚੀਦਾਨੰਦ ਕਣ ਬ੍ਰਹਮ ਅਰਥਾਤ ਪਰਮ ਅਕਸ਼ਰ ਭਗਤੀ ਦਾ ਓਮ ਤਤ ਸਤ ਮੰਤਰ ਦੇ ਸਿਮਰਨ ਦਾ ਨਿਰਦੇਸ਼ ਯਾਨੀ ਆਦੇਸ਼ ਹੈ, ਜੋ ਤ੍ਰਿਵਿਧੀ ਯਾਨੀ 3 ਪ੍ਰਕਾਰ ਨਾਲ ਸਮਰਥ ਯਾਨੀ ਸਿਮਰਨ ਦੇ ਲਈ ਕਿਹਾ ਹੈ। ਬ੍ਰਾਹਮਣ ਯਾਨੀ ਵਿਦਵਾਨ ਅਰਥਾਤ ਤੱਤਵਦਰਸ਼ੀ ਸੰਤ, ਤੇਨ ਯਾਨੀ ਉਸ ਵੇਦਾ ਯਾਨੀ ਗਿਆਨ ਦੇ ਆਧਾਰ ਨਾਲ ਭਗਤੀ ਕਰਦੇ ਸਨ। ਚ ਯਾਨੀ ਅਤੇ ਯੱਗ ਯਾਨੀ ਧਾਰਮਿਕ ਯੱਗਾਂ ਦਾ ਅਨੁਸ਼ਠਾਨ, ਚ ਯਾਨੀ ਅਤੇ ਹੋਰ ਭਗਤੀ ਕਰਮ, ਪੁਰਾ ਯਾਨੀ ਸ੍ਰਿਸ਼ਟੀ ਦੀ ਆਦਿ ਅਰਥਾਤ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਵੇਤਾ ਯਾਨੀ ਕੀਤੇ ਜਾਂਦੇ ਸਨ। ਸ੍ਰੀਮਦ ਭਗਵਤ ਗੀਤਾ ਤੋਂ ਸਿੱਧ ਹੋਇਆ ਕਿ ਗੀਤਾ ਗਿਆਨ ਦਾਤਾ ਤੋਂ ਕੋਈ ਪੂਰਨ ਪਰਮਾਤਮਾ ਹੈ ਜੋ ਸ੍ਰੀ ਵਿਸ਼ਨੂੰ ਜੀ, ਸ੍ਰੀ ਬ੍ਰਹਮਾ ਜੀ ਤੇ ਸ੍ਰੀ ਸ਼ਿਵ ਜੀ ਤੋਂ ਭਿੰਨ ਹੈ, ਜਿਸ ਦੇ ਅਧਿਆਇ 15 ਸ਼ਲੋਕ 1, 4, 17 ਵਿੱਚ ਅਤੇ ਗੀਤਾ ਅਧਿਆਇ 18 ਸ਼ਲੋਕ 62 ਵਿੱਚ ਤੇ ਹੋਰ ਅਨੇਕਾਂ ਸਥਾਨਾਂ ਉੱਤੇ ਗੀਤਾ ਵਿੱਚ ਕਿਹਾ ਗਿਆ ਹੈ ਉਹ ਪੂਰਨ ਪਰਮਾਤਮਾ ਹੈ। ਗੀਤਾ ਅਧਿਆਇ 15 ਸ਼ਲੋਕ 16 ਵਿੱਚ 2 ਪੁਰਸ਼ ਦੱਸੇ ਹਨ, ਦੋਨੋਂ ਨਾਸ਼ਵਾਨ ਵੀ ਦੱਸੇ ਹਨ। ਉਹਨਾਂ ਦੇ ਅੰਤਰਗਤ ਜਿੰਨੇ ਪ੍ਰਾਣੀ ਹਨ ਉਹ ਵੀ ਨਾਸ਼ਵਾਨ ਹਨ। ਨੰਬਰ 1 ਛਰ ਪੁਰਸ਼ ਹੈ, ਇਹ ਕੇਵਲ 21 ਬ੍ਰਹਿਮੰਡ ਦਾ ਪ੍ਰਭੂ ਹੈ। ਨੰਬਰ 2 ਅਕਸ਼ਰ ਪੁਰਸ਼, ਇਹ 7 ਸ਼ੰਖ ਬ੍ਰਹਿਮੰਡ ਦਾ ਪ੍ਰਭੂ ਹੈ। ਇਹ ਦੋਨੋਂ ਹੀ ਪੂਰਨ ਪਰਮਾਤਮਾ ਨਹੀਂ ਹਨ। ਗੀਤਾ ਅਧਿਆਇ 15 ਸ਼ਲੋਕ 16 ਵਿੱਚ, ਗੀਤਾ ਅਧਿਆਇ 15 ਸ਼ਲੋਕ 17 ਵਿੱਚ ਗੀਤਾ ਗਿਆਨ ਦਾਤਾ ਨੇ ਕਿਹਾ ਹੈ ਕਿ ਉਤਮਹ ਪੁਰਸ਼ः ਤੂ ਹਨਯः ਅਰਥਾਤ ਪੁਰਸ਼ੋਤਮਤਾ ਕੋਈ ਉੱਪਰ ਵਰਣਿਤ ਦੋਨਾਂ ਪੁਰਸ਼ਾਂ ਯਾਨੀ ਛਰ ਪੁਰਸ਼ ਤਥਾ ਅਕਸ਼ਰ ਪੁਰਸ਼ ਤੋਂ ਭਿੰਨ ਹੈ, ਜਿਸ ਨੂੰ ਯਾਨੀ ਪਰਮਾਤਮਾ ਇਤੀ ਉਦਾਰਹਤः ਪਰਮਾਤਮਾ ਕਿਹਾ ਗਿਆ ਹੈ। ਯਹ ਲੋਕਤਰਯਮ ਯਾਨੀ ਜੋ ਤਿੰਨੋਂ ਲੋਕਾਂ ਵਿੱਚ ਅਵਿਸ਼ਯ ਵਿਪਰਤੀ ਯਾਨੀ ਪ੍ਰਵੇਸ਼ ਕਰਕੇ ਧਾਰਨ ਪੋਸ਼ਣ ਕਰਦਾ ਹੈ। ਅਵਯਯ ਈਸ਼ਵਰ ਯਾਨੀ ਅਵਿਨਾਸ਼ੀ ਪਰਮੇਸ਼ਵਰ ਹੈ। ਗੀਤਾ ਅਧਿਆਇ 15 ਸ਼ਲੋਕ 17 ਵਿੱਚ ਪੂਰਨ ਪਰਮਾਤਮਾ ਪਰਮ ਅਕਸ਼ਰ ਬ੍ਰਹਮ ਹੈ ਸਿੱਧ ਹੋਇਆ।
ਉਸ ਦੀ ਭਗਤੀ ਦਾ ਮੰਤਰ ਓਮ ਤਤ ਸਤ ਹੈ। ਇਹ ਵੀ ਸਿੱਧ ਹੋਇਆ। ਓਮ ਤਤ ਸਤ ਜੋ 3 ਮੰਤਰ ਹਨ, ਇਹ ਉਪਰੋਕਤ ਤਿੰਨੋਂ ਪ੍ਰਭੂਆਂ ਯਾਨੀ ਛਰ ਪੁਰਸ਼ ਅਰਥਾਤ ਛਰ ਪੁਰਸ਼ ਬ੍ਰਹਮ ਗੀਤਾ ਗਿਆਨ ਦਾਤਾ ਦਾ ਤਤ ਇਹ ਸੰਕੇਤਿਕ ਹੈ ਜੋ ਇਸ ਹੀ ਪੁਸਤਕ ਵਿੱਚ ਪੂਰਵ ਵਿੱਚ ਵਿਵਰਨ ਹੈ। ਉੱਥੇ ਪੜੋ, ਇਹ ਤਤ ਨਾਮ ਜਾਪ ਅਕਸ਼ਰ ਪੁਰਸ਼ ਦਾ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 224। 7ਵੀਂ ਸੰਕੇਤਿਕ ਹੈ। ਅਧਿਕ ਵਿਸਤਾਰ ਪੂਰਵ ਵਿੱਚ ਦਿੱਤੇ ਪ੍ਰਕਰਨ ਵਿੱਚ ਇਸ ਹੀ ਪੁਸਤਕ ਵਿੱਚ ਪੜੋ। ਇਹ 7 ਮੰਤਰ ਪਰਮ ਅਕਸ਼ਰ ਬ੍ਰਹਮ ਦਾ ਹੈ। ਸ਼੍ਰੀਮਦ ਭਗਵਤ ਗੀਤਾ ਵਿੱਚ ਇਹ ਪੂਰਨ ਮੋਕਸ਼ ਪ੍ਰਾਪਤੀ ਦੇ ਮੰਤਰ ਹਨ ਜੋ ਅੱਜ ਤੱਕ ਯਾਨੀ ਸੰਨ 2012 ਤੱਕ ਕਿਸੇ ਨੇ ਨਹੀਂ ਸਪਸ਼ਟ ਕੀਤੇ। ਆਪ ਜੀ ਜੋ ਹਰ ਓਮ ਤਤ ਸਤ ਜਾਪ ਕਰਦੇ ਹਨ ਉਹ ਵੀ ਬੇਅਰਥ ਹੈ, ਕਿਉਂਕਿ ਆਪ ਜੀ ਨੂੰ ਤਤ ਅਤੇ ਸਤ ਦੇ ਸੰਕੇਤਿਕ ਮੰਤਰਾਂ ਦਾ ਗਿਆਨ ਨਹੀਂ ਹੈ। ਉਦਾਹਰਣ, ਇੱਕ ਧੰਨੀ ਵਿਅਕਤੀ ਨੇ ਆਪਣੇ ਧਨ ਨੂੰ ਆਪਣੇ ਘਰ ਵਿੱਚ ਖੱਡਾ ਖੋਦ ਕੇ ਦਬਾ ਦਿੱਤਾ। ਉਸ ਸਥਾਨ ਦਾ ਕੇਵਲ ਧਨੀ ਵਿਅਕਤੀ ਨੂੰ ਹੀ ਪਤਾ ਸੀ। ਉਸ ਧਨੀ ਵਿਅਕਤੀ ਨੇ ਇੱਕ ਵਹੀ ਯਾਨੀ ਪੈਡ ਵਿੱਚ ਸੰਕੇਤਿਕ ਸਥਾਨ ਲਿਖ ਦਿੱਤਾ। ਧਨੀ ਵਿਅਕਤੀ ਦੀ ਮ੍ਰਿਤਯੂ ਅਚਾਨਕ ਹੋ ਗਈ। ਪਿਤਾ ਦਾ ਸੰਸਕਾਰ ਕਰਕੇ ਪੁੱਤਰਾਂ ਨੇ ਉਹ ਪੈਡ ਉਠਾਈ ਜਿਸ ਵਿੱਚ ਪਿਤਾ ਜੀ ਕਹਿੰਦੇ ਸੀ ਕਿ ਇਸ ਵਿੱਚ ਧਨ ਕਿੱਥੇ ਹੈ ਇਹ ਲਿਖਿਆ ਹੈ, ਜਿਸ ਨੂੰ ਪਿਤਾ ਜੀ ਕਿਸੇ ਨੂੰ ਨਹੀਂ ਦਿਖਾਉਂਦੇ ਸਨ। ਧੰਨੀ ਵਿਅਕਤੀ ਦੇ ਮਕਾਨ ਦੇ ਅੱਗੇ ਆਂਗਣ ਸੀ। ਉਸ ਆਂਗਣ ਯਾਨੀ ਵਿਹੜੇ ਦੇ ਇੱਕ ਕੋਨੇ ਵਿੱਚ ਮੰਦਰ ਬਣਿਆ ਸੀ। ਵਹੀ ਯਾਨੀ ਪੈਡ ਵਿੱਚ ਲਿਖਿਆ ਸੀ ਕਿ ਚਾਂਦਨੀ 14 ਰਾਤਰੀ 2 ਵਜੇ ਸਾਰਾ ਧਨ ਮੰਦਰ ਦੇ ਗੁੰਬਜ ਵਿੱਚ ਦਬਾ ਰੱਖਿਆ ਹੈ। ਲੜਕਿਆਂ ਨੇ ਮੰਦਰ ਦਾ ਗੁੰਬਜ ਰਾਤਰੀ ਦੇ 2 ਵਜੇ ਫੋੜ ਕੇ ਧਨ ਖੋਜਿਆ, ਕੁਝ ਨਹੀਂ ਮਿਲਿਆ। ਬੱਚਿਆਂ ਨੂੰ ਬਹੁਤ ਦੁੱਖ ਹੋਇਆ। ਇੱਕ ਦਿਨ ਉਹਨਾਂ ਦੇ ਪਿਤਾ ਦਾ ਮਿੱਤਰ ਦੂਸਰੇ ਪਿੰਡ ਤੋਂ ਸ਼ੋਕ ਵਿਅਕਤ ਕਰਨ ਆਇਆ। ਬੱਚਿਆਂ ਨੇ ਯਥਾ ਸਥਾਨ ਤੇ ਧਨ ਨਾ ਮਿਲਣ ਦੀ ਚਿੰਤਾ ਜਤਾਈ। ਉਸ ਧੰਨੀ ਦੇ ਮਿੱਤਰ ਨੇ ਵਹੀ ਮੰਗਾਈ ਅਤੇ ਵਿਆਖਿਆ ਪੜ੍ਹੀ ਤਾਂ ਕਿਹਾ ਕਿ ਮੰਦਰ ਦੇ ਗੰਬਜ ਦਾ ਪੁਨਰ ਨਿਰਮਾਣ ਕਰਾਓ। ਵੈਸਾ ਹੀ ਕਰਾਉਣਾ, ਮੈਂ ਫਿਰ ਕਿਸੇ ਦਿਨ ਆਉਂਗਾ, ਉਦੋਂ ਧਨ ਵਾਲਾ ਸਥਾਨ ਦੱਸਾਂਗਾ। ਉਹ ਵਿਅਕਤੀ ਚਾਂਦਨੀ 14 ਨੂੰ ਆਇਆ। ਰਾਤਰੀ ਦੇ 2 ਵਜੇ ਜਿਸ ਸਥਾਨ ਉੱਤੇ ਮੰਦਰ ਦੇ ਗੁੰਬਜ ਦੀ ਛਾਇਆ ਸੀ ਉਸ ਸਥਾਨ ਉੱਪਰ ਖੁਦਾਈ ਕਰਾਈ। ਸਾਰਾ ਧਨ ਜੋ ਵਹੀ ਵਿੱਚ ਲਿਖਿਆ ਸੀ ਉਹ ਮਿਲ ਗਿਆ। ਬੱਚੇ ਖੁਸ਼ ਤੇ ਧੰਨੀ ਹੋਏ। ਆਪ ਜੀ ਜੋ ਹਰ ਓਮ ਤਤ ਸਤ ਦਾ ਜਾਪ ਕਰ ਰਹੇ ਹੋ, ਆਪ ਮੰਦਰ ਗੁੰਬਜ ਖੋਦ ਰਹੇ ਹੋ, ਕੁਝ ਵੀ ਹੱਥ ਨਹੀਂ ਆਏਗਾ। ਯਥਾ ਸਥਾਨ ਅਸਲ ਮੰਤਰ ਮੇਰੇ ਸੰਤ ਰਾਮਪਾਲ ਦਾਸ ਦੇ ਕੋਲ ਹਨ। ਉਹਨਾਂ ਨੂੰ ਗ੍ਰਹਿਣ ਕਰਕੇ ਭਗਤੀ ਧਨੀ ਤੇ ਸੁਖੀ ਹੋਵੋ। ਪ੍ਰਸ਼ਨ, ਰਾਧਾ ਜੀ ਪਿੰਡ ਬਰਸਾਨਾ ਉੱਤਰ ਪ੍ਰਦੇਸ਼ ਨਜ਼ਦੀਕ ਵਰਿੰਦਾਵਨ ਦੀ ਰਹਿਣੇ ਵਾਲੀ ਸੀ। ਉੱਥੇ ਦੇ ਵਿਅਕਤੀ ਰਾਧੇ ਰਾਧੇ ਨਾਮ ਜਪਦੇ ਹਨ। ਸੁਬਹ ਜਾਂ ਕਦੀ ਆਪਸ ਵਿੱਚ ਮਿਲਦੇ ਹਨ ਤਾਂ ਉਹ ਰਾਮ ਰਾਮ ਨਹੀਂ ਬੁਲਾਉਂਦੇ। ਉਹ ਕਹਿੰਦੇ ਹਨ ਚਾਚਾ ਰਾਧੇ ਰਾਧੇ। ਚਾਚਾ ਕਹਿੰਦਾ ਹੈ ਕਿ ਬੇਟਾ ਰਾਧੇ ਰਾਧੇ। ਕੀ ਇਹ ਮੂਰਖ ਹਨ? ਉੱਤਰ, ਤੱਤਵ ਗਿਆਨ ਦੇ ਅਭਾਵ ਕਰਕੇ ਲੋਕ ਵੇਦ ਨੂੰ ਸਤ ਗਿਆਨ ਮੰਨ ਕੇ ਇਹ ਸ਼ਾਸਤਰ ਵਿਰੁੱਧ ਮੰਤਰਾਂ ਦਾ ਜਾਪ ਚੱਲ ਰਿਹਾ ਹੈ। ਵੈਸੇ ਤਾਂ ਆਪ ਜੀ ਨੂੰ ਪੂਰਵ ਵਿੱਚ ਸਪਸ਼ਟ ਕਰ ਦਿੱਤਾ ਹੈ ਕਿ ਗੀਤਾ ਅਧਿਆਇ 16 ਸ਼ਲੋਕ 23 ਅਤੇ 24 ਵਿੱਚ ਕਿਹਾ ਹੈ ਕਿ ਜੋ ਸ਼ਾਸਤਰ ਵਿਧੀ ਨੂੰ ਤਿਆਗ ਕੇ ਮਨ ਮੰਨਿਆ ਆਚਰਣ ਕਰਦੇ ਹਨ, ਅਰਥਾਤ ਜੋ ਨਾਮ ਜਾਪ ਸ਼ਾਸਤਰਾਂ ਵਿੱਚ ਨਹੀਂ ਹਨ, ਉਹਨਾਂ ਦਾ ਜਾਪ ਕਰਦੇ ਹਨ, ਉਹਨਾਂ ਨੂੰ ਨਾ ਸੁੱਖ ਪ੍ਰਾਪਤ ਹੁੰਦਾ ਹੈ, ਨਾ ਸਿੱਧੀ ਪ੍ਰਾਪਤ ਹੁੰਦੀ ਹੈ, ਨਾ ਉਹਨਾਂ ਦੀ ਗਤੀ ਹੁੰਦੀ ਹੈ, ਅਰਥਾਤ ਵਿਅਰਥ ਜਾਪ ਸਾਧਨਾ ਹੈ। ਇਸ ਨਾਲ ਤੇਰੇ ਲਈ ਅਰਜੁਨ ਕਰਤਵ ਅਤੇ ਅਕਰਤਵ ਦੀ ਵਿਵਸਥਾ ਵਿੱਚ ਸ਼ਾਸਤਰ ਹੀ ਪ੍ਰਮਾਣ ਹਨ। ਇਹ ਪਹਿਲੇ ਦੱਸ ਚੁੱਕਾ ਹਾਂ। ਹੁਣ ਗੱਲ ਹੈ ਕਿ ਚਾਚਾ ਭਤੀਜਾ ਰਾਧੇ ਰਾਧੇ ਸ਼ਬਦ ਕਿਉਂ ਉਚਾਰਨ ਕਰਦੇ ਹਨ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 225। ਆਪ ਜਾਣਦੇ ਹੋ ਕਿ ਰਾਧਾ ਜੀ ਕੌਣ ਸੀ। ਰਾਧਾ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪ੍ਰੇਮਿਕਾ ਸੀ। ਉਸ ਸਮੇਂ ਬਰਸਾਨਾ ਪਿੰਡ ਦੇ ਵਿਅਕਤੀ ਰਾਧਾ ਜੀ ਨੂੰ ਕੁਲਟਾ, ਬਦ ਚੱਲਨ, ਨਿਰਲੱਜ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਦੇ ਸਨ। ਕਹਿੰਦੇ ਸਨ, ਇਹ ਦੂਸਰੇ ਪਿੰਡ ਦੇ ਨੰਦ ਬਾਬਾ ਦੇ ਲੜਕੇ ਨੂੰ ਲੁਕ ਕੇ ਮਿਲਣ ਜਾਂਦੀ ਹੈ। ਇਸ ਨੂੰ ਆਪਣੇ ਘਰ ਵੀ ਨਾ ਆਉਣ ਨਾ ਦੇਣਾ, ਬੇਟੀਆਂ ਉੱਤੇ ਗਲਤ ਪ੍ਰਭਾਵ ਪਵੇਗਾ। ਸ਼੍ਰੀਮਾਨ ਜੀ ਹੁਣ ਉਸ ਹੀ ਬਰਸਾਨਾ ਦੇ ਵਿਅਕਤੀ ਰਾਧਾ ਜੀ ਦੇ ਲਈ ਖੁਦ ਇਸਤਰੀ ਪੁਰਸ਼ ਯੁਵਤੀਆਂ ਕਹਿੰਦੇ ਹਨ ਕਿ ਰਾਧੇ ਰਾਧੇ ਸ਼ਿਆਮ ਮਿਲਾਦੇ, ਜਿਵੇਂ ਕਿ ਆਪ ਜੀ ਨੇ ਪੂਰਵ ਦੇ ਪ੍ਰਸ਼ਨ ਵਿੱਚ ਦੱਸਿਆ ਕਿ ਅਸੀਂ ਇਹ ਨਾਮ ਜਾਪ ਕਰਦੇ ਹਾਂ। ਹੁਣ ਨਾ ਰਾਧਾ ਜੀ ਹਨ ਅਤੇ ਨਾ ਸ੍ਰੀ ਕ੍ਰਿਸ਼ਨ ਜੀ। ਹੁਣ ਬੜਾ ਰਹੇ ਹਨ। ਸਨੀਪਾਤ ਦੇ ਜ਼ਬਰ ਦੇ ਰੋਗੀ ਦੀ ਤਰ੍ਹਾਂ ਰਾਧੇ ਰਾਧੇ ਸ਼ਿਆਮ ਮਿਲਾਦੇ। ਇਹ ਸਥਿਤੀ ਹੋਰ ਮੰਤਰਾਂ ਦੀ ਹੈ ਜੋ ਆਪਣੇ ਪੂਰਵ ਪ੍ਰਸ਼ਨ ਵਿੱਚ ਕਹੇ ਹਨ।
ਉਹਨਾਂ ਨੂੰ ਜਾਣੋ। ਉਹ ਵੀ ਸ਼ਾਸਤਰ ਪ੍ਰਮਾਣਿਤ ਨਾ ਹੋਣ ਕਰਕੇ ਬੇਅਰਥ ਹਨ। ਹੁਣ ਆਪ ਦੇ ਇਸ ਪ੍ਰਸ਼ਨ ਦਾ ਉੱਤਰ ਦੱਸਦਾ ਹਾਂ ਕਿ ਚਾਚਾ ਵੀ ਕਹਿੰਦੇ ਹਨ ਰਾਧੇ ਰਾਧੇ, ਭਤੀਜਾ ਵੀ ਕਹਿੰਦਾ ਹੈ ਰਾਧੇ ਰਾਧੇ। ਆਪ ਨੂੰ ਵੀ ਪਤਾ ਹੈ ਕਿ ਰਾਧਾ ਜੀ ਸ੍ਰੀ ਕ੍ਰਿਸ਼ਨ ਜੀ ਦੀ ਪ੍ਰੇਮਿਕਾ ਸੀ। ਆਪ ਨੂੰ ਇਹ ਵੀ ਪਤਾ ਹੈ ਕਿ ਜਦੋਂ ਰੁਕਮਣੀ ਜੀ ਨੂੰ ਸ੍ਰੀ ਕ੍ਰਿਸ਼ਨ ਜੀ ਭਜਾ ਕੇ ਰੱਥ ਵਿੱਚ ਬੈਠਾ ਕੇ ਲਿਆਉਣ ਲੱਗੇ ਤਾਂ ਰੁਕਮਣੀ ਜੀ ਦਾ ਭਾਈ ਆਪਣੀ ਭੈਣ ਨੂੰ ਛੁਡਾਉਣ ਦੇ ਲਈ ਘੋੜੇ ਉੱਪਰ ਸਵਾਰ ਹੋ ਕੇ ਪਿੱਛੇ ਦੌੜਿਆ ਸੀ। ਸ੍ਰੀ ਕ੍ਰਿਸ਼ਨ ਜੀ ਨੇ ਪਹਿਲਾਂ ਤਾਂ ਉਸ ਨੂੰ ਕੁੱਟਿਆ ਸੀ, ਫਿਰ ਰੱਥ ਦੇ ਪਿੱਛੇ ਬੰਨ੍ਹ ਕੇ ਘਸੀਟਿਆ ਸੀ। ਰੁਕਮਣੀ ਜੀ ਵੀ ਸ੍ਰੀ ਕ੍ਰਿਸ਼ਨ ਜੀ ਦੀ ਪ੍ਰੇਮਿਕਾ ਸੀ। ਉਸ ਦੇ ਵਿਚਾਲੇ ਰੁਕਮਣੀ ਦਾ ਭਾਈ ਆ ਗਿਆ ਸੀ। ਉਸ ਦੀ ਕੀ ਦਸ਼ਾ ਕੀਤੀ ਸੀ? ਸ਼੍ਰੀ ਕ੍ਰਿਸ਼ਨ ਜੀ ਨੇ ਰੁਕਮਣੀ ਦੀ ਪ੍ਰਾਰਥਨਾ ਉੱਤੇ ਰੁਕਮਣੀ ਦੇ ਭਾਈ ਦੀ ਜਾਨ ਬਖਸ਼ੀ ਸੀ। ਜੇਕਰ ਅੱਜ ਭਗਵਾਨ ਕ੍ਰਿਸ਼ਨ ਵਰਤਮਾਨ ਵਿੱਚ ਹੁੰਦੇ, ਰਾਧਾ ਹੁੰਦੀ ਅਤੇ ਬਰਸਾਨਾ ਵਾਲੇ ਚਾਚਾ ਭਤੀਜਾ ਆਪਸ ਵਿੱਚ ਇਹ ਸ਼ਬਦ ਬੋਲਦੇ ਕਿ ਰਾਧੇ ਰਾਧੇ, ਤਾਂ ਕੀ ਸ੍ਰੀ ਕ੍ਰਿਸ਼ਨ ਜੀ ਪਸੰਦ ਕਰਦੇ? ਕਦੀ ਨਹੀਂ। ਚਾਚਾ ਭਤੀਜਾ ਦੋਨਾਂ ਨੂੰ ਰੱਥ ਨਾਲ ਬੰਨ੍ਹ ਕੇ ਘੜੀਸਦੇ। ਜੇਕਰ ਆਪ ਕਿਸੇ ਦੀ ਪ੍ਰੇਮਿਕਾ ਦਾ ਨਾਮ ਲੈ ਕੇ ਬੜਬੜਾਓਗੇ ਤਾਂ ਪ੍ਰੇਮੀ ਦੇ ਉੱਪਰ ਕਿਵੇਂ ਗੁਜ਼ਰੇਗੀ? ਜੇਕਰ ਤਾਕਤਵਰ ਹੋਏਗਾ ਤਾਂ ਮੂੰਹ ਫੋੜ ਦੇਵੇਗਾ, ਕਮਜ਼ੋਰ ਹੋਵੇਗਾ ਤਾਂ ਰੋਵੇਗਾ, ਉਸ ਦੀ ਜਾਨ ਨੂੰ ਕੋਸੇਗਾ ਕਿ ਉਹ ਪ੍ਰਸੰਨ ਹੋਏਗਾ ਨਹੀਂ। ਇਸ ਲਈ ਇਹ ਨਾਮ ਸ਼ਾਸਤਰ ਪ੍ਰਮਾਣਿਤ ਨਹੀਂ ਹਨ। ਉਸ ਦਾ ਜਾਪ ਬੇਅਰਥ ਹੈ। ਸ਼ਾਸਤਰ ਪ੍ਰਮਾਣਿਤ ਨਾਮ ਮੇਰੇ ਕੋਲ ਹੈ। ਆਓ ਅਤੇ ਆਪਣਾ ਕਲਿਆਣ ਕਰਾਓ। ਪ੍ਰਸ਼ਨ। ਆਪ ਨੇ ਪ੍ਰਸ਼ਨ ਪੂਰਨ ਗੁਰੂ ਦੀ ਕੀ ਪਹਿਚਾਣ ਹੈ ਦੇ ਉੱਤਰ ਵਿੱਚ ਇੱਕ ਸਥਾਨ ਉੱਤੇ ਲਿਖਿਆ ਹੈ ਕਿ ਪ੍ਰਮਾਣਿਤ ਹੋਇਆ ਕਿ ਓਮ ਨਾਮ ਦਾ ਜਾਪ ਸ਼ਾਸਤਰ ਪ੍ਰਮਾਣਿਤ ਹੈ। ਕਾਲ ਬ੍ਰਹਮ ਦੀ ਪੂਜਾ ਕਰਨੀ ਚਾਹੀਦੀ ਹੈ ਜਾਂ ਨਹੀਂ ਦੇ ਉੱਤਰ ਵਿੱਚ ਬਹੁਤ ਸਾਰੇ ਰਿਸ਼ੀਆਂ ਦੀ ਪੂਜਾ ਨੂੰ ਸ਼ਾਸਤਰ ਵਿਧੀ ਤਿਆਗ ਕੇ ਮਨਮੁਖੀ ਆਚਰਨ ਕਹੀ ਹੈ ਜੋ ਓਮ ਨਾਮ ਦਾ ਜਾਪ ਕਰਦੇ ਸਨ। ਉੱਤਰ। ਉਹ ਰਿਸ਼ੀ ਜੀ ਓਮ ਨਾਮ ਦੇ ਜਾਪ ਦੇ ਨਾਲ ਹੱਠ ਕਰਕੇ ਘੋਰ ਤਪ ਵੀ ਕਰਦੇ ਸਨ, ਜਿਸ ਕਾਰਨ ਨਾਲ ਉਹਨਾਂ ਦੀ ਸਾਧਨਾ ਨੂੰ ਸ਼ਾਸਤਰ ਵਿਰੁੱਧ ਕਿਹਾ ਹੈ। ਓਮ ਨਾਮ ਦਾ ਜਾਪ ਸ਼ਾਸਤਰ ਪ੍ਰਮਾਣਿਤਤਾ ਹੈ, ਪਰੰਤੂ ਮੋਕਸ਼ਦਾਇਕ ਨਹੀਂ ਹੈ, ਜਿਸ ਨਾਲ ਅਨੁਤਮਾਮ ਗਤੀ ਯਾਨੀ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਲਈ ਉਹਨਾਂ ਰਿਸ਼ੀਆਂ ਦੀ ਪੂਜਾ ਵਿਧੀ ਸ਼ਾਸਤਰ ਵਿਰੁੱਧ ਅਤੇ ਗੀਤਾ ਵਿੱਚ ਉਸ ਪੂਰਨ ਪਰਮਾਤਮਾ ਦੀ ਭਗਤੀ ਕਰਨ ਨੂੰ ਕਿਹਾ ਹੈ। ਉਸ ਦੀ ਭਗਤੀ ਨਾ ਕਰਕੇ ਮਨਮੁਖੀ ਪੂਜਾ ਸ਼ਾਸਤਰ ਵਿਰੁੱਧ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 226। ਪ੍ਰਸ਼ਨ। ਮਹਾਰਿਸ਼ੀ ਬਾਲਮੀਕੀ ਜੀ ਤਾਂ ਸਤਯੁਗ ਵਿੱਚ ਹੋਏ ਸਨ। ਉਹ ਵੀ ਰਾਮ ਰਾਮ ਜਪਦੇ ਸਨ। ਕੀ ਇਹ ਮੰਤਰ ਵੀ ਸ਼ਾਸਤਰ ਪ੍ਰਮਾਣਿਤ ਨਹੀਂ ਹਨ? ਉੱਤਰ। ਪੂਰਵ ਵਿੱਚ ਦੱਸਿਆ ਹੈ ਕਿ ਗੀਤਾ ਅਧਿਆਇ 4 ਸ਼ਲੋਕ 1 ਅਤੇ 2 ਵਿੱਚ ਗੀਤਾ ਗਿਆਨ ਦਾਤਾ ਨੇ ਦੱਸਿਆ ਹੈ ਕਿ ਇਹ ਗਿਆਨ ਮੈਂ ਸੂਰਜ ਨੂੰ ਸੁਣਾਇਆ ਸੀ। ਉਸਨੇ ਆਪਣੇ ਪੁੱਤਰ ਮਨੂ ਜੀ ਨੂੰ ਸੁਣਾਇਆ। ਫਿਰ ਕੁਝ ਕੁ ਰਾਜ ਰਿਸ਼ੀਆਂ ਨੂੰ ਪ੍ਰਾਪਤ ਹੋਇਆ। ਸਤਯੁਗ ਦੇ ਆਰੰਭ ਵਿੱਚ ਹੀ ਇਹ ਸਭ ਸੂਰਜ ਮਨੂ ਤੇ ਰਾਜ ਰਿਸ਼ੀ ਹੋਏ ਹਨ। ਉਹਨਾਂ ਦੇ ਬਾਅਦ ਇਹ ਗਿਆਨ ਨਸ਼ਟ ਹੋ ਗਿਆ ਸੀ। ਮਹਾਰਿਸ਼ੀ ਬਾਲਮੀਕ ਜੀ ਨੂੰ ਸਪਤ ਰਿਸ਼ੀ ਮਿਲੇ ਸਨ। ਉਹਨਾਂ ਨੇ ਤਪੱਸਿਆ ਕਰਕੇ ਸਿੱਧੀਆਂ ਪ੍ਰਾਪਤ ਕੀਤੀਆਂ ਸੀ। ਉਹ ਵਿਧੀ ਮਹਾਰਿਸ਼ੀ ਬਾਲਮੀਕ ਜੀ ਨੂੰ ਉਹਨਾਂ ਨੇ ਦੱਸ ਦਿੱਤੀ, ਜਿਸ ਹਠਯੋਗ ਤਪ ਨੂੰ ਮਹਾਰਿਸ਼ੀ ਬਾਲਮੀਕੀ ਜੀ ਨੇ ਤਨ ਮਨ ਨਾਲ ਸ਼ਰਧਾ ਨਾਲ ਕੀਤਾ। ਕੁਝ ਸਮੇਂ ਉਪਰੰਤ ਸਰੀਰ ਦੇ ਭਾਗ ਸਿਰ ਵਿੱਚ ਆਵਾਜ਼ ਸੁਣਾਈ ਦਿੱਤੀ ਸੀ। ਉਹ ਸੀ ਰਾਮ ਰਾਮ। ਉਸ ਸ਼ਬਦ ਦਾ ਉਚਾਰਨ ਮਹਾਰਿਸ਼ੀ ਬਾਲਮੀਕੀ ਜੀ ਤਪੱਸਿਆ ਦੇ ਦੌਰਾਨ ਕਰਨ ਲੱਗੇ। ਸੁਣਨ ਵਾਲੇ ਨੂੰ ਐਸਾ ਲੱਗਦਾ ਹੈ ਜਿਵੇਂ ਉਹ ਮਰਾਂ ਮਰਾਂ ਬੋਲ ਰਹੇ ਹਨ। ਅਸਲ ਵਿੱਚ ਰਾਮ ਰਾਮ ਦਾ ਹੀ ਉਚਾਰਨ ਕਰਦੇ ਸਨ। ਉਹਨਾਂ ਨੂੰ ਤਪੱਸਿਆ ਦਾ ਪਰਿਣਾਮ ਮਿਲਿਆ। ਉਹਨਾਂ ਵਿੱਚ ਸਿੱਧੀਆਂ ਪ੍ਰਵੇਸ਼ ਹੋ ਗਈ। ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਜਿਸ ਕਾਰਨ ਕਰਕੇ ਉਹਨਾਂ ਨੇ ਸ੍ਰੀ ਰਾਮਚੰਦਰ ਜੀ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾਂ ਹੀ ਰਮਾਇਣ ਅਰਥਾਤ ਸ੍ਰੀ ਰਾਮਚੰਦਰ ਜੀ ਦੇ ਜਨਮ ਦੀ ਜੀਵਨ ਦੀ ਸਾਰੀਆਂ ਘਟਨਾਵਾਂ ਲਿਖ ਦਿੱਤੀਆਂ ਸੀ। ਗ੍ਰੰਥ ਦਾ ਨਾਮ ਬਾਲਮੀਕੀ ਰਮਾਇਣ ਜੋ ਸੰਸਕ੍ਰਿਤ ਭਾਸ਼ਾ ਵਿੱਚ ਲਿਖੀ ਗਈ ਸੀ। ਰਾਮ ਰਾਮ ਦੇ ਜਾਪ ਨਾਲ ਕੋਈ ਅਧਿਆਤਮਿਕ ਲਾਭ ਨਹੀਂ ਹੁੰਦਾ, ਪਰੰਤੂ ਪਰਮਾਤਮਾ ਦਾ ਬੋਧਕ ਸ਼ਬਦ ਹੋਣ ਨਾਲ ਉਚਾਰਨ ਕਰਨ ਨਾਲ ਪਰਮਾਤਮਾ ਦੀ ਭੁੱਲ ਨਹੀਂ ਪੈਂਦੀ। ਇਸ ਲਈ ਰਾਮ ਰਾਮ ਦੇ ਉਚਾਰਨ ਦਾ ਪ੍ਰਚਲਨ ਹਿੰਦੂ ਧਰਮ ਵਿੱਚ ਪ੍ਰਾਚੀਨ ਸਮੇਂ ਤੋਂ ਹੈ। ਜਿਵੇਂ ਸਵਾਮੀ ਰਾਮਾਨੰਦ ਜੀ ਰਾਮ ਰਾਮ ਦੇ ਸ਼ਬਦ ਨਾਲ ਸੰਬੋਧਿਤ ਕਰਦੇ ਸਨ, ਉਸ ਦੇ ਸ਼ਿਸ਼ ਵੀ ਇੱਕ ਦੂਸਰੇ ਨੂੰ ਰਾਮ ਰਾਮ ਨਾਲ ਸੰਬੋਧਿਤ ਕਰਦੇ ਸਨ, ਪਰੰਤੂ ਜਾਪ ਮੰਤਰ ਓਮ ਸੀ। ਇਸ ਹੀ ਪ੍ਰਕਾਰ ਅਸੀਂ ਕਬੀਰ ਪੰਥੀ ਸਤ ਸਾਹਿਬ ਬੁਲਾਉਂਦੇ ਹਾਂ। ਸਾਡਾ ਜਾਪ ਮੰਤਰ ਹੋਰ ਹੈ। ਸਤ ਸਾਧਨਾ ਪੂਰਵ ਵਿੱਚ ਇਸੇ ਪੁਸਤਕ ਵਿੱਚ ਦੱਸ ਦਿੱਤਾ ਹੈ। ਉਸ ਹੀ ਭਗਤੀ ਤੋਂ ਭਗਵਾਨ ਤੱਕ ਜਾਇਆ ਜਾਂਦਾ ਹੈ। ਸੂਖਸ਼ਮ ਵੇਦ ਵਿੱਚ ਕਿਹਾ ਹੈ, ਸਤਿਗੁਰੂ ਮਿਲੇ ਤੋ ਇੱਛਾ ਮੇਟੈ, ਪਦ ਮਿਲ ਪਦੈ ਸਮਾਨਾ।
चल हंसा उस लोक पठाऊ जो अजर अमर अस्थाना। 4 मुक्ति जहां चंपी करती माया हो रही दासी। दास गरीब अबैय पद परसै मिलै राम अविनाशी। भगती किस प्रभु दी करनी चाहिदी है गीता अनुसार। इस ਲਈ सूक्ष्म वेद विच कहा है कि भजन करो उस रब दा जो दाता है कुल सब दा। श्रीमद भगवत गीता अध्याय 15 श्लोक 1 ਤੋਂ 4 ਤੱਕ 16 ਅਤੇ 17 ਵਿੱਚ ਕਿਹਾ ਹੈ ਕਿ ਇਹ ਸੰਸਾਰ ਐਸਾ ਹੈ ਜਿਵੇਂ ਪਿੱਪਲ ਦਾ ਦਰਖਤ ਹੈ। ਜੋ ਸੰਤ ਇਸ ਸੰਸਾਰ ਰੂਪੀ ਪਿੱਪਲ ਦੇ ਦਰਖਤ ਦੀ ਮੂਲ ਯਾਨੀ ਜੜ ਤੋਂ ਲੈ ਕੇ ਤਿੰਨੋਂ ਗੁਣਾ ਰੂਪੀ ਸ਼ਾਖਾਵਾਂ ਤੱਕ ਸਰਵ ਅੰਗ ਭਿੰਨ ਦੱਸ ਦਿੰਦਾ ਹੈ। ਸਹਵੇਦ ਵਿਤ ਯਾਨੀ ਉਹ ਵੇਦ ਦੇ ਮਤਲਬ ਨੂੰ ਜਾਣਨ ਵਾਲਾ ਹੈ, ਅਰਥਾਤ ਉਹ ਤਤਵਦਰਸ਼ੀ ਸੰਤ ਹੈ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 227। अपने द्वारा रची सृष्टि दा ज्ञान अते वास्तविक ज्ञान परमात्मा खुद पृथ्वी उत्ते प्रगट हो के अपने मुख कमल तो सुणाउंदा है। प्रमाण दे लई पढ़े निमन वेद मंत्र। इन्हां मंत्रां दी फोटो कापी किरपा करके देखो पुस्तक गीता तेरा ज्ञान अमृत विच जिन्हां दा अनुवाद आर्या समाज दे प्रवर्तक महर्षि दयानंद अते उस दे अनुयायियां ने कीता है। उस दी त्रुटियां लेखक संत रामपाल दास ने शुद्ध कीतियां हन। ऋग्वेद मंडल नंबर 9 सुकत 86 मंत्र 26-27। ऋग्वेद मंडल नंबर 9 सुकत 82 मंत्र 1 ਅਤੇ 2। ऋग्वेद मंडल नंबर 9 सुकत 96 मंत्र 16 ਤੋਂ 20। ऋग्वेद मंडल नंबर 9 सुकत 94 मंत्र 1। ऋग्वेद मंडल नंबर 9 सुकत 95 मंत्र 2। ऋग्वेद मंडल नंबर 9 सुकत 54 मंत्र 3। ऋग्वेद मंडल नंबर 9 सुकत 20 मंत्र 1 ਵਿੱਚ ਪ੍ਰਮਾਣ ਹੈ ਕਿ ਜੋ ਸਾਰੇ ਬ੍ਰਹਿਮੰਡਾਂ ਦਾ ਰਚਨਹਾਰ ਸਾਰੇ ਦਾ ਪਾਲਣਹਾਰ ਪਰਮੇਸ਼ਵਰ ਹੈ। ਉਹ ਸਰਵ ਭਵਨਾਂ ਦੇ ਉੱਪਰ ਦੇ ਲੋਕ ਵਿੱਚ ਬੈਠਾ ਹੈ। ਰਿਗਵੇਦ ਮੰਡਲ ਨੰਬਰ 9 ਸੁਕਤ 54 ਮੰਤਰ 3। ਉਹ ਪਰਮਾਤਮਾ ਉੱਥੋਂ ਗਤੀ ਕਰਕੇ ਅਰਥਾਤ ਸਹਿਸਰੀਰ ਚੱਲ ਕੇ ਇੱਥੇ ਪ੍ਰਿਥਵੀ ਉੱਤੇ ਆਉਂਦਾ ਹੈ। ਭਗਤਾਂ ਦੇ ਸੰਕਟਾਂ ਦਾ ਨਾਸ਼ ਕਰਦਾ ਹੈ। ਉਸ ਦਾ ਨਾਮ ਕਬੀਰਦੇਵ ਅਰਥਾਤ ਕਬੀਰ ਪਰਮੇਸ਼ਵਰ ਹੈ। ਇੱਥੇ ਚੰਗੀਆਂ ਆਤਮਾ ਨੂੰ ਮਿਲਦਾ ਹੈ। ਉਹਨਾਂ ਨੂੰ ਤੱਤਵ ਗਿਆਨ ਆਪਣੇ ਮੁੱਖ ਕਮਲ ਤੋਂ ਦੱਸਦਾ ਹੈ। ਉਹ ਪਰਮਾਤਮਾ ਉੱਪਰ ਦੇ ਲੋਕ ਵਿੱਚ ਬੈਠਾ ਹੈ। ऋग्वेद मंडल नंबर 9 सुकत 86 मंत्र 26 ਅਤੇ 27। ऋग्वेद मंडल नंबर 9 सुकत 82 मंत्र 1 ਅਤੇ 2। मंडल नंबर 9 सुकत 20 मंत्र 1। परमात्मा पृथ्वी उत्ते कवियां दी तरह आचरण करदा होया विचरण करदा है। ऋग्वेद मंडल नंबर 9 सुकत 94 मंत्र 1। परमात्मा अपने मुख तो बाणी बोल के साधकां नूं भगती करन दी प्रेरणा करदा है। परमात्मा तत्व ज्ञान नूं कबीरबाणी यानी कबीर बाणी द्वारा लोकतियां दोहियां चौपाइयां द्वारा बोल के सुणाउंदा है। ਉਹ ਕਬੀਰਦੇਵ यानी कबीर परमेश्वर है जो संत रूप विच प्रगट हुंदा है। उस परमेश्वर द्वारा यानी ऋषि जां संतां द्वारा रची असंखान बाणियां जो तत्व ज्ञान है ਉਹ ਉਸ ਦੇ ਅਨੁਆਇਆਂ ਦੇ ਲਈ ਅੰਮ੍ਰਿਤ ਤੁਲ ਆਨੰਦਦਾਇਕ ਹੁੰਦੀਆਂ ਹਨ। ਉਹ ਪਰਮੇਸ਼ਵਰ ਪ੍ਰਸਿੱਧ ਕਵੀਆਂ ਵਿੱਚ ਵੀ ਇੱਕ ਪ੍ਰਸਿੱਧ ਕਵੀ ਦੀ ਪਦਵੀ ਪ੍ਰਾਪਤ ਕਰਦੇ ਹਨ। ਉਹਨਾਂ ਨੂੰ ਕਵੀ ਕਹਿੰਦੇ ਹਨ ਪਰੰਤੂ ਉਹ ਪਰਮਾਤਮਾ ਹੁੰਦਾ ਹੈ। ਉਹ ਪਰਮਾਤਮਾ ਤੀਸਰੇ ਮੁਕਤੀ ਧਾਮ ਯਾਨੀ ਸਤਲੋਕ ਵਿੱਚ ਵਿਰਾਜਮਾਨ ਹੁੰਦਾ ਹੈ। ਜਿਵੇਂ ਮਨੁੱਖ ਹੋਰ ਵਸਤਰ ਧਾਰਨ ਕਰਦਾ ਹੈ ਇਸ ਤਰ੍ਹਾਂ ਹੀ ਉਹ ਪਰਮਾਤਮਾ ਭਿੰਨ ਰੂਪਾਂ ਵਿੱਚ ਪ੍ਰਿਥਵੀ ਉੱਤੇ ਪ੍ਰਗਟ ਹੁੰਦਾ ਹੈ। ਉਪਰੋਕਤ ਰਿਗਵੇਦ ਦੇ ਮੰਤਰਾਂ ਤੋਂ ਸਪਸ਼ਟ ਹੈ ਕਿ ਪਰਮਾਤਮਾ ਆਪਣੇ ਅਮਰ ਧਾਮ ਤੋਂ ਚੱਲ ਕੇ ਪ੍ਰਿਥਵੀ ਉੱਤੇ ਪ੍ਰਗਟ ਹੁੰਦਾ ਹੈ। ਉਹ ਚੰਗੀਆਂ ਆਤਮਾ ਨੂੰ ਮਿਲਦਾ ਹੈ। ਉਹ ਤਤਵਦਰਸ਼ੀ ਸੰਤ ਦੀ ਭੂਮਿਕਾ ਕਰਕੇ ਤਤਵ ਗਿਆਨ ਦੋਹਿਆਂ ਚੌਪਈਆਂ ਸ਼ਬਦਾਂ ਦੁਆਰਾ ਬੋਲਦਾ ਹੈ। ਉਸ ਪਰਮੇਸ਼ਵਰ ਨੇ ਸਨ 1398 ਤੋਂ 1518 ਤੱਕ 120 ਸਾਲ ਪ੍ਰਿਥਵੀ ਉੱਤੇ ਭਾਰਤ ਵਰਸ਼ ਦੀ ਪਾਵਨ ਧਰਤੀ ਉੱਤੇ ਕਾਸ਼ੀ ਸ਼ਹਿਰ ਵਿੱਚ ਜੁਲਾਹਾ ਯਾਨੀ ਤਾਣਕ ਦੇ ਰੂਪ ਵਿੱਚ ਰਹਿ ਕੇ ਤਤਵ ਗਿਆਨ ਦੱਸਿਆ ਸੀ। ਕਬੀਰ ਅਕਸ਼ਰ ਪੁਰਸ਼ ਇੱਕ ਪੇੜ ਹੈ, ਛਰ ਪੁਰਸ਼ ਵਾਕੀ ਡਾਰ, तीनों देवा शाखा है पात रूप संसार। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 228। विशेष कबीर बाणी पुस्तक विच एक बाणी इस तरह भी लिखी है। कबीर अक्षर पुरुष बिरख का तना है, छर पुरुष है डार, त्रिदेव शाखा पये पात जानो संसार। सरल अर्थ रुख दा जो हिस्सा पृथ्वी तो बाहर दिखाई दिंदा है उस दी जानकारी दसी है कि रुख दा जो तना हुंदा उसनू अक्षर पुरुष जानो। तने दे उपर कोई मोटी डार निकलदियां हन, उस विचों एक डार नू ता छर पुरुष जानो। फिर उस डार दे मन्नो 3 शाखा निकलदियां हन,
ਉਹ ਤਿੰਨੋਂ ਦੇਵਤਾ ਯਾਨੀ ਰਜਗੁਣ ਬ੍ਰਹਮਾ ਜੀ, ਸਤਗੁਣ ਵਿਸ਼ਨੂੰ ਜੀ ਤਥਾ ਤਮਗੁਣ ਸ਼ਿਵ ਜੀ ਜਾਣੋ ਅਤੇ ਉਹਨਾਂ ਸ਼ਾਖਾਵਾਂ ਉੱਤੇ ਲੱਗੇ ਪੱਤੇ ਜੀਵ ਜੰਤੂ ਜਾਣੋ। ਪਰਮੇਸ਼ਵਰ ਕਬੀਰ ਜੀ ਨੇ ਤੱਤਵ ਗਿਆਨ ਵਿੱਚ ਸਾਰਾ ਗਿਆਨ ਦੱਸਿਆ ਹੈ। ਗੀਤਾ ਅਧਿਆਇ 4 ਸ਼ਲੋਕ 32 ਵਿੱਚ ਵੀ ਹੈ ਕਿਹਾ ਹੈ ਕਿ ਯੱਗਾ ਅਰਥਾਤ ਧਾਰਮਿਕ ਅਨੁਸ਼ਠਾਨਾਂ ਦੀ ਜਾਣਕਾਰੀ ਬ੍ਰਹਮਣੇ ਮੁਖੇ ਯਾਨੀ ਸਚੀਦਾਨੰਦ ਕਣ ਬ੍ਰਹਮ ਅਰਥਾਤ ਪਰਮ ਅਕਸ਼ਰ ਬ੍ਰਹਮ ਨੇ ਆਪਣੇ ਮੁਖ ਕਮਲ ਤੋਂ ਬੋਲੀ ਬਾਣੀ ਵਿੱਚ ਵਿਸਥਾਰ ਦੇ ਨਾਲ ਕਹੀ ਹੈ। ਉਹ ਤੱਤਵ ਗਿਆਨ ਹੈ। ਗੀਤਾ ਅਧਿਆਇ 4 ਸ਼ਲੋਕ 34 ਵਿੱਚ ਕਿਹਾ ਹੈ ਕਿ ਜੋ ਤੱਤਵ ਗਿਆਨ ਪਰਮਾਤਮਾ ਖੁਦ ਦੱਸਦਾ ਹੈ ਉਸ ਨੂੰ ਉਸ ਦੇ ਕਿਰਪਾ ਪਾਤਰ ਸੰਤ ਹੀ ਸਮਝਦੇ ਹਨ। ਉਸ ਤੱਤਵ ਗਿਆਨ ਨੂੰ ਤੂੰ ਤੱਤਵਦਰਸ਼ੀ ਸੰਤਾਂ ਦੇ ਕੋਲ ਜਾ ਕੇ ਸਮਝ। ਉਹਨਾਂ ਨੂੰ ਦੰਡਵਤ ਪ੍ਰਣਾਮ ਯਾਨੀ ਪ੍ਰਿਥਵੀ ਉੱਤੇ ਪੇਟ ਦੇ ਬਲ ਲੰਬਾ ਪੈ ਕੇ ਪ੍ਰਣਾਮ ਕਰਕੇ ਨਿਮਰਤਾ ਪੂਰਵਕ ਪ੍ਰਸ਼ਨ ਕਰਨ ਨਾਲ ਉਹ ਤੱਤਵਦਰਸ਼ੀ ਸੰਤ ਤੱਤਵ ਗਿਆਨ ਦਾ ਉਪਦੇਸ਼ ਕਰਨਗੇ। ਪਰਮੇਸ਼ਵਰ ਨੇ ਇਹ ਤੱਤਵ ਗਿਆਨ ਖੁਦ ਪ੍ਰਿਥਵੀ ਉੱਤੇ ਪ੍ਰਗਟ ਹੋ ਕੇ ਦੱਸਿਆ ਸੀ। ਗੀਤਾ ਅਧਿਆਇ 15 ਸ਼ਲੋਕ 1 ਵਿੱਚ ਤੱਤਵਦਰਸ਼ੀ ਸੰਤ ਦੀ ਪਹਿਚਾਣ ਦੱਸੀ ਹੈ ਕਿ ਜੋ ਸੰਤ ਸੰਸਾਰ ਰੂਪੀ ਰੁੱਖ ਨੂੰ ਮੂਲ ਯਾਨੀ ਜੜ ਤੋਂ ਲੈ ਕੇ ਸਾਰੇ ਅੰਗਾਂ ਨੂੰ ਜਾਣਦਾ ਹੈ, ਉਹ ਤੱਤਵਦਰਸ਼ੀ ਸੰਤ ਹੈ। ਹੁਣ ਜਾਣੋ ਸੰਸਾਰ ਰੂਪੀ ਰੁੱਖ ਦੇ ਸਾਰੇ ਅੰਗ ਮੂਲ ਯਾਨੀ ਜੜ ਇਹ ਪਰਮ ਅਕਸ਼ਰ ਬ੍ਰਹਮ ਹੈ ਜੋ ਸਭ ਦਾ ਮਾਲਿਕ ਹੈ, ਸਭ ਦੀ ਉਤਪੱਤੀ ਕਰਦਾ ਹੈ, ਸਭ ਦਾ ਧਾਰਨ ਪੋਸ਼ਣ ਕਰਨ ਵਾਲਾ ਹੈ, ਜਿਸ ਦੀ ਜਾਣਕਾਰੀ ਗੀਤਾ ਅਧਿਆਇ 8 ਸ਼ਲੋਕ 1 ਦੇ ਪ੍ਰਸ਼ਨ ਦਾ ਉੱਤਰ ਗੀਤਾ ਅਧਿਆਇ 8 ਹੀ ਸ਼ਲੋਕ 3, 8, 9, 10, 20, 21 ਅਤੇ 22 ਵਿੱਚ ਦਿੱਤਾ ਹੈ। ਉਸ ਹੀ ਦਾ ਵਰਣਨ ਗੀਤਾ ਅਧਿਆਇ 15 ਸ਼ਲੋਕ 17 ਵਿੱਚ ਹੈ। ਜਿਵੇਂ ਗੀਤਾ ਅਧਿਆਇ 15 ਸ਼ਲੋਕ 16 ਵਿੱਚ ਦੋ ਪੁਰਸ਼ ਦੱਸੇ ਹਨ, ਇੱਕ ਛਰ ਪੁਰਸ਼ ਦੂਸਰਾ ਅਕਸ਼ਰ ਪੁਰਸ਼। ਇਹ ਦੋਨੋਂ ਤੇ ਇਹਨਾਂ ਦੇ ਅੰਤਰਗਤ ਜਿੰਨੇ ਵੀ ਸਰੀਰ ਧਾਰੀ ਪ੍ਰਾਣੀ ਹਨ ਉਹ ਸਭ ਨਾਸ਼ਵਾਨ ਹਨ। ਜੀਵ ਆਤਮਾ ਤਾਂ ਕਿਸੇ ਦੀ ਨਹੀਂ ਮਰਦੀ। ਗੀਤਾ ਅਧਿਆਇ 15 ਸ਼ਲੋਕ 17 ਵਿੱਚ ਕਿਹਾ ਹੈ ਕਿ ਉੱਤਮ ਪੁਰਸ਼ ਅਰਥਾਤ ਪੁਰਸ਼ੋਤਮਤਾ ਅਨਯ ਯਾਨੀ ਹੋਰ ਹੀ ਹੈ, ਜਿਸ ਨੂੰ ਪਰਮਾਤਮਾ ਇਤੀ ਉਦਾਰਤੇ ਯਾਨੀ ਪਰਮਾਤਮਾ ਕਿਹਾ ਜਾਂਦਾ ਹੈ। यह लोक तर्यम यानी जो ਤਿੰਨੋਂ ਲੋਕਾਂ ਵਿੱਚ ਅਵਸ਼ਯ ਵਿਪਰਤੀ ਯਾਨੀ ਪ੍ਰਵੇਸ਼ ਕਰਕੇ ਸਭ ਦਾ ਧਾਰਨ ਪੋਸ਼ਣ ਕਰਦਾ ਹੈ। ਅਵਯ ਈਸ਼ਵਰ ਯਾਨੀ ਅਵਿਨਾਸ਼ੀ ਪਰਮੇਸ਼ਵਰ ਹੈ। ਇਹ ਪਰਮ ਅਕਸ਼ਰ ਬ੍ਰਹਮ ਸੰਸਾਰ ਰੂਪੀ ਰੁੱਖ ਦੀ ਮੂਲ ਯਾਨੀ ਜੜ ਰੂਪ ਪਰਮੇਸ਼ਵਰ ਹੈ। ਇਹ ਉਹ ਪਰਮਾਤਮਾ ਹੈ ਜਿਸ ਦੇ ਵਿਸ਼ੇ ਵਿੱਚ ਸੰਤ ਗਰੀਬਦਾਸ ਜੀ ਨੇ ਕਿਹਾ ਹੈ, ਭਜਨ ਕਰੋ ਉਸ ਰੱਬ ਕਾ ਜੋ ਦਾਤਾ ਹੈ ਕੁਲ ਸਭ ਕਾ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 229। ਇਹ ਅਸੰਖਾਨ ਬ੍ਰਹਿਮੰਡਾਂ ਦਾ ਮਾਲਿਕ ਹੈ। ਇਹ ਛਰ ਪੁਰਸ਼ ਤਥਾ ਅਕਸ਼ਰ ਪੁਰਸ਼ ਦਾ ਵੀ ਮਾਲਿਕ ਤਥਾ ਉਤਪੱਤੀ ਕਰਤਾ ਹੈ। ਨੰਬਰ 2 ਅਕਸ਼ਰ ਪੁਰਸ਼ ਇਹ ਸੰਸਾਰ ਰੂਪੀ ਬਿਰਖ ਦਾ ਤਣਾ ਜਾਣੋ, ਇਹ ਸੱਤ ਸੰਖ ਬ੍ਰਹਿਮੰਡਾਂ ਦਾ ਮਾਲਿਕ ਹੈ, ਨਾਸ਼ਵਾਨ ਹੈ। ਨੰਬਰ 3 ਛਰ ਪੁਰਸ਼ ਇਹ ਗੀਤਾ ਗਿਆਨ ਦਾਤਾ ਹੈ, ਇਸ ਨੂੰ ਛਰ ਬ੍ਰਹਮ ਵੀ ਕਹਿੰਦੇ ਹਨ। ਇਹ ਕੇਵਲ 21 ਬ੍ਰਹਿਮੰਡਾਂ ਦਾ ਮਾਲਿਕ ਹੈ, ਨਾਸ਼ਵਾਨ ਹੈ। ਨੰਬਰ 4 ਤਿੰਨੋਂ ਦੇਵਤਾ ਯਾਨੀ ਰਜਗੁਣ ਬ੍ਰਹਮਾ, ਸਤਗੁਣ ਵਿਸ਼ਨੂੰ ਅਤੇ ਤਮਗੁਣ ਸ਼ਿਵ ਤਿੰਨ ਸ਼ਾਖਾਵਾਂ ਇੱਕ ਬ੍ਰਹਿਮੰਡਾਂ ਵਿੱਚ ਬਣੇ ਤਿੰਨ ਲੋਕਾਂ ਯਾਨੀ ਪ੍ਰਿਥਵੀ ਲੋਕ, ਪਤਾਲ ਲੋਕ ਤੇ ਸਵਰਗ ਲੋਕ ਵਿੱਚ ਇੱਕ ਵਿਭਾਗ ਦੇ ਮੰਤਰੀ ਹਨ, ਮਾਲਿਕ ਹਨ। ਜਿਵੇਂ ਰਜਗੁਣ ਵਿਭਾਗ ਦੇ ਸ੍ਰੀ ਬ੍ਰਹਮਾ ਜੀ ਮਾਲਿਕ ਹਨ, ਜਿਸ ਦੇ ਪ੍ਰਭਾਵ ਨਾਲ ਸਾਰੇ ਪ੍ਰਾਣੀ ਸੰਤਾਨ ਉਤਪੱਤੀ ਕਰਦੇ ਹਨ। ਸਤਗੁਣ ਵਿਭਾਗ ਦੇ ਸ੍ਰੀ ਵਿਸ਼ਨੂੰ ਜੀ ਮਾਲਿਕ ਹਨ, ਜਿਸ ਨਾਲ ਇੱਕ ਦੂਸਰੇ ਵਿੱਚ ਮਮਤਾ ਬਣੀ ਰਹਿੰਦੀ ਹੈ, ਕਰਮ ਅਨੁਸਾਰ ਸਾਰਿਆਂ ਦਾ ਕੀਤਾ ਫਲ ਦਿੰਦੇ ਹਨ। ਤਮੋਗੁਣ ਵਿਭਾਗ ਦੇ ਸ੍ਰੀ ਸ਼ੰਕਰ ਜੀ ਮਾਲਿਕ ਹਨ, ਜਿਸ ਦੇ ਕਾਰਨ ਸਭ ਦਾ ਅੰਤ ਹੁੰਦਾ ਹੈ ਅਤੇ ਪੱਤੇ ਰੂਪੀ ਸੰਸਾਰ ਦੇ ਪ੍ਰਾਣੀ ਜਾਣੋ। ਇਹ ਹੈ ਸੰਸਾਰ ਵੀ ਬਿਰਖ ਦੇ ਸਾਰੇ ਅੰਗਾਂ ਦੀ ਭਿੰਨ-ਭਿੰਨ ਜਾਣਕਾਰੀ। ਇਹ ਗਿਆਨ ਖੁਦ ਪਰਮੇਸ਼ਵਰ ਕਬੀਰ ਜੀ ਨੇ ਆਪਣੇ ਮੁਖ ਕਮਲ ਤੋਂ ਬੋਲਿਆ ਸੀ। ਉਹ ਕਬੀਰ ਬਾਣੀ, ਕਬੀਰ ਬੀਜਕ, ਕਬੀਰ ਸ਼ਬਦਾਵਲੀ ਤੇ ਕਬੀਰ ਸਾਗਰ ਵਿੱਚ ਸ੍ਰੀ ਧਨੀ ਧਰਮਦਾਸ ਬਾਂਦਵਗੜ ਵਾਲੇ ਦੁਆਰਾ ਲਿਖਿਆ ਗਿਆ ਸੀ। ਉਸ ਪਰਮੇਸ਼ਵਰ ਨੇ ਤਾਂ ਦੱਸਿਆ ਹੀ ਸੀ ਜਾਂ ਵਰਤਮਾਨ ਵਿੱਚ ਇਸ ਦਾਸ ਸੰਤ ਰਾਮਪਾਲ ਦਾਸ ਨੇ ਸਮਝਿਆ ਹੈ। ਇਹ ਕਿਰਪਾ ਪਰਮੇਸ਼ਵਰ ਕਬੀਰ ਜੀ ਦੀ ਹੀ ਹੈ ਕਿ ਸੰਪੂਰਨ ਅਧਿਆਤਮ ਗਿਆਨ ਮੈਨੂੰ ਪ੍ਰਾਪਤ ਹੈ। ਗੀਤਾ ਅਧਿਆਇ 15 ਸ਼ਲੋਕ 1 ਦੇ ਅਨੁਸਾਰ ਤੱਤਵਦਰਸ਼ੀ ਸੰਤ ਦੀ ਪਹਿਚਾਣ ਨਾਲ ਵੀ ਇਹ ਸਿੱਧ ਹੋਇਆ ਕਿ ਇਹ ਦਾਸ ਸੰਤ ਰਾਮਪਾਲ ਦਾਸ ਉਹ ਤੱਤਵਦਰਸ਼ੀ ਸੰਤ ਹੈ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 230। ਉੱਪਰ ਨੂੰ ਜੜ ਨੀਚੇ ਨੂੰ ਸ਼ਾਖਾ ਵਾਲਾ ਉਲਟਾ ਲਟਕਾ ਹੋਇਆ ਸੰਸਾਰ ਰੂਪੀ ਰੁੱਖ ਦਾ ਚਿੱਤਰ ਦਿੱਤਾ ਹੋਇਆ ਹੈ, ਜਿਸ ਨੂੰ ਤੁਸੀਂ ਕਿਤਾਬ ਜੀਨੇ ਕੀ ਰਾਹ ਵਿੱਚ ਦੇਖ ਸਕਦੇ ਹੋ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 231।
ਪੁਨਰ ਪ੍ਰਸੰਗ ਤੇ ਆਉਂਦੇ ਹਾਂ ਕਿ ਭਜਨ ਕਰੋ ਉਸ ਰੱਬ ਕਾ ਜੋ ਦਾਤਾ ਹੈ ਕੁਲ ਸਭ ਕਾ। ਹੁਣ ਤੱਕ ਤਾਂ ਇਹੀ ਦੱਸਿਆ ਹੈ ਕਿ ਭਗਤੀ ਕਰਨੀ ਚਾਹੀਦੀ ਹੈ, ਪਰੰਤੂ ਹੁਣ ਇਹ ਸਪਸ਼ਟ ਕਰਦੇ ਹਾਂ ਕਿ ਭਗਤੀ ਕਿਸ ਦੀ ਕਰੀਏ। ਨੰਬਰ 1 ਸ੍ਰੀ ਬ੍ਰਹਮਾ ਜੀ ਰਜਗੁਣ ਦੀ ਜਾਂ ਨੰਬਰ 2 ਸ੍ਰੀ ਸਤਗੁਣ ਵਿਸ਼ਨੂੰ ਜੀ ਦੀ ਜਾਂ ਨੰਬਰ 3 ਤਮਗੁਣ ਸ੍ਰੀ ਸ਼ਿਵ ਜੀ ਰੂਪੀ ਤਿੰਨਾਂ ਸ਼ਾਖਾਵਾਂ ਦੀ ਜਾਂ ਫਿਰ ਨੰਬਰ 4 ਛਰ ਪੁਰਸ਼ ਗੀਤਾ ਗਿਆਨ ਦਾਤਾ ਡਾਰ ਦੀ ਜਾਂ ਨੰਬਰ 5 ਅਕਸ਼ਰ ਪੁਰਸ਼ ਤਣਾ ਦੀ ਜਾਂ ਨੰਬਰ 6 ਪਰਮ ਅਕਸ਼ਰ ਪੁਰਸ਼ ਮੂਲ ਦੀ। ਉਦਾਹਰਣ, ਜੇਕਰ ਅਸੀਂ ਨਰਸਰੀ ਤੋਂ ਕੋਈ ਅੰਬ ਦਾ ਪੌਦਾ ਲਿਆਉਂਦੇ ਹਾਂ, ਉਸ ਨੂੰ ਆਪਣੇ ਖੇਤ ਜਾਂ ਘਰ ਦੇ ਵਿਹੜੇ ਵਿੱਚ ਲਗਾਉਂਦੇ ਹਾਂ ਤਾਂ ਕਿਵੇਂ ਰੋਪਦੇ ਹਨ? ਜ਼ਮੀਨ ਵਿੱਚ ਖੱਡਾ ਖੋਦਦੇ ਹਨ। ਪੌਦੇ ਦੀ ਮੂਲ ਯਾਨੀ ਜੜ੍ਹਾਂ ਨੂੰ ਖੱਡੇ ਵਿੱਚ ਰੱਖ ਕੇ ਮਿੱਟੀ ਨਾਲ ਢੱਕ ਦਿੰਦੇ ਹਨ। ਫਿਰ ਪੌਦੇ ਦੀ ਮੂਲ ਯਾਨੀ ਜੜ੍ਹ ਵਿੱਚ ਪਾਣੀ ਨਾਲ ਸਿੰਚਾਈ ਕਰਦੇ ਹਨ, ਖਾਦ ਪਾਉਂਦੇ ਹਨ, ਅਰਥਾਤ ਪੌਦੇ ਦੀ ਜੜ੍ਹ ਦੀ ਪੂਜਾ ਕਰਦੇ ਹਨ। ਜੜ੍ਹਾਂ ਤੋਂ ਆਹਾਰ ਤਣੇ ਵਿੱਚ, ਤਣਾ ਆਪਣੇ ਅਨੁਸਾਰ ਆਹਾਰ ਰੱਖ ਕੇ ਬਚਿਆ ਹੋਇਆ ਅੱਗੇ ਡਾਰ ਵਿੱਚ ਭੇਜ ਦਿੰਦਾ ਹੈ। ਡਾਰ ਆਪਣੇ ਲਈ ਜ਼ਰੂਰੀ ਆਹਾਰ ਰੱਖ ਕੇ ਇਹ ਬਾਕੀ ਸ਼ਾਖਾ ਵਿੱਚ ਭੇਜ ਦਿੰਦੀਆਂ ਹਨ। ਇਸ ਪ੍ਰਕਾਰ ਸ਼ਾਖਾ ਬਾਕੀ ਭੋਜਨ ਪੱਤਿਆਂ ਤੱਕ ਭੇਜਦੀਆਂ ਹਨ। ਇਸ ਪ੍ਰਕਾਰ ਉਹ ਪੌਦਾ ਪੇੜ ਬਣ ਕੇ ਫਲ ਦਿੰਦਾ ਹੈ। ਪਾਠਕ ਜਨ ਬਹੁਤ ਬੁੱਧੀਮਾਨ ਹਨ, ਸਮਝ ਗਏ ਹੋਣਗੇ ਕਿ ਕਿਸ ਪਰਮਾਤਮਾ ਦੀ ਪੂਜਾ ਕਰਨੀ ਚਾਹੀਦੀ ਹੈ। ਸੂਖਸ਼ਮ ਵੇਦ ਵਿੱਚ ਪਰਮੇਸ਼ਵਰ ਕਬੀਰ ਜੀ ਨੇ ਦੱਸਿਆ ਹੈ ਕਿ ਕਬੀਰ ਏਕੈ ਸਾਧੈ ਸਭ ਸਦੈ, ਸਭ ਸਾਧੈ ਸਭ ਜਾਏ, ਮਾਲੀ ਸੀਂਚੇ ਮੂਲ ਕੂ ਫੂਲੇ ਫਲੈ ਕਾਏ। ਇੱਕ ਮੂਲ ਮਾਲਿਕ ਦੀ ਪੂਜਾ ਕਰਨ ਨਾਲ ਸਰਵ ਦੇਵਤਾਵਾਨ ਦੀ ਪੂਜਾ ਹੋ ਜਾਂਦੀ ਹੈ ਜੋ ਸ਼ਾਸਤਰ ਅਨੁਕੂਲ ਹੈ। ਜੋ ਤਿੰਨੋਂ ਦੇਵਤਾਵਾਨ ਵਿੱਚੋਂ ਇੱਕ ਜਾਂ ਦੋ ਯਾਨੀ ਸ੍ਰੀ ਵਿਸ਼ਨੂੰ ਸਤਗੁਣ ਅਤੇ ਸ੍ਰੀ ਸ਼ੰਕਰ ਤਮਗੁਣ ਦੀ ਪੂਜਾ ਕਰਦੇ ਹਨ ਜਾਂ ਤਿੰਨੋਂ ਦੀ ਪੂਜਾ ਇਸ਼ਟ ਰੂਪ ਵਿੱਚ ਕਰਦੇ ਹਨ ਤਾਂ ਉਹ ਗੀਤਾ ਅਧਿਆਇ 13 ਸ਼ਲੋਕ 10 ਵਿੱਚ ਵਰਣਿਤ ਅਭਿਵਚਾਰਨੀ ਭਗਤੀ ਨਾ ਹੋਣ ਨਾਲ ਵਿਅਰਥ ਹੈ। ਜਿਵੇਂ ਕੋਈ ਇਸਤਰੀ ਆਪਣੇ ਪਤੀ ਦੇ ਇਲਾਵਾ ਹੋਰ ਪੁਰਸ਼ ਨਾਲ ਸਰੀਰਕ ਸੰਬੰਧ ਨਹੀਂ ਕਰਦੀ, ਉਹ ਅਭਿਵਚਾਰਨੀ ਇਸਤਰੀ ਹੈ। ਜੋ ਕਈ ਪੁਰਸ਼ਾਂ ਨਾਲ ਸੰਪਰਕ ਕਰਦੀ ਹੈ, ਉਹ ਵਿਵਚਾਰਨੀ ਹੋਣ ਕਰਕੇ ਸਮਾਜ ਵਿੱਚ ਨਿੰਦਨਯੋਗ ਹੁੰਦੀ ਹੈ। ਉਹ ਪਤੀ ਦੇ ਦਿਲ ਤੋਂ ਉਤਰ ਜਾਂਦੀ ਹੈ। ਸ਼ਾਸਤਰ ਅਨੁਕੂਲ ਸਾਧਨਾ ਅਰਥਾਤ ਸਿੱਧਾ ਬੀਜਿਆ ਹੋਇਆ ਭਗਤੀ ਰੂਪੀ ਪੌਦੇ ਦਾ ਚਿੱਤਰ ਇਸ ਹੀ ਪੁਸਤਕ ਦੇ ਪੰਨਾ ਨੰਬਰ 232 ਉੱਪਰ ਸ਼ਾਸਤਰ ਵਿਰੁੱਧ ਸਾਧਨਾ ਅਰਥਾਤ ਉਲਟਾ ਬੀਜਿਆ ਹੋਇਆ ਭਗਤੀ ਰੂਪੀ ਪੌਦਾ ਪੰਨਾ ਨੰਬਰ 233 ਉੱਤੇ ਦੇਖੋ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 232। शास्त्र अनुकूल साधना अर्थात सिद्धा बीजिया होया भगती रूपी पौधे दा चित्र दिता होया है, जिस नू तुसी किताब जीने की राह विच देख सकते हो। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 233। ਸ਼ਾਸਤਰ ਵਿਰੁੱਧ ਸਾਧਨਾ ਅਰਥਾਤ ਉਲਟਾ ਬੀਜਿਆ ਹੋਇਆ ਭਗਤੀ ਰੂਪੀ ਪੌਦੇ ਦਾ ਚਿੱਤਰ ਦਿੱਤਾ ਹੋਇਆ ਹੈ, ਜਿਸ ਨੂੰ ਤੁਸੀਂ ਕਿਤਾਬ ਜੀਨੇ ਕੀ ਰਾਹ ਵਿੱਚ ਦੇਖ ਸਕਦੇ ਹੋ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 234। ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਹੋਇਆ ਕਿ ਇੱਕ ਮੂਲ ਮਾਲਿਕ ਦੀ ਭਗਤੀ ਕਰਨ ਨਾਲ ਸਾਧਕ ਦਾ ਆਤਮ ਕਲਿਆਣ ਸੰਭਵ ਹੈ। ਹੋਰ ਪ੍ਰਮਾਣ ਗੀਤਾ ਅਧਿਆਇ 3 ਸ਼ਲੋਕ 10 ਤੋਂ 15 ਵਿੱਚ ਇਸ ਹੀ ਉਪਰੋਕਤ ਭਗਤੀ ਦਾ ਸਮਰਥਨ ਕੀਤਾ ਹੈ। ਗੀਤਾ ਅਧਿਆਇ 3 ਸ਼ਲੋਕ 10 ਪ੍ਰਜਾਪਤੀ ਨੇ ਅਰਥਾਤ ਕੁਲ ਦੇ ਮਾਲਿਕ ਨੇ ਆਦਿ ਵਿੱਚ ਯੱਗ ਸਹਿਤ ਅਰਥਾਤ ਧਾਰਮਿਕ ਅਨੁਸ਼ਠਾਨ ਦੇ ਗਿਆਨ ਸਹਿਤ ਪ੍ਰਜਾ ਨੂੰ ਉਤਪੰਨ ਕਰਕੇ ਆਦੇਸ਼ ਦਿੱਤਾ ਸੀ ਕਿ ਤੂੰ ਸਭ ਧਾਰਮਿਕ ਅਨੁਸ਼ਠਾਨਾਂ ਦੁਆਰਾ ਵਾਧੇ ਨੂੰ ਪ੍ਰਾਪਤ ਹੋਵੋ। ਇਹ ਯੱਗ ਅਰਥਾਤ ਧਾਰਮਿਕ ਅਨੁਸ਼ਠਾਨ ਤੁਹਾਨੂੰ ਲੋਕਾਂ ਨੂੰ ਇੱਛਤ ਭੋਗ ਪ੍ਰਦਾਨ ਕਰਨ ਵਾਲੇ ਹਨ। ਗੀਤਾ ਅਧਿਆਇ 3 ਸ਼ਲੋਕ 10 ਇਸ ਸ਼ਾਸਤਰ ਅਨੁਕੂਲ ਧਾਰਮਿਕ ਅਨੁਸ਼ਠਾਨ ਦੁਆਰਾ ਦੇਵਤਾਵਾਨ ਸੰਸਾਰ ਰੂਪੀ ਪੌਦੇ ਦੀਆਂ ਸ਼ਾਖਾ ਨੂੰ ਉન્નਤ ਕਰੋ ਅਰਥਾਤ ਪੂਰਨ ਪਰਮਾਤਮਾ ਯਾਨੀ ਮੂਲ ਮਾਲਿਕ ਨੂੰ ਇਸ਼ਟ ਮੰਨ ਕੇ ਸਾਧਨਾ ਕਰਨ ਨਾਲ ਸ਼ਾਖਾਵਾਂ ਆਪਣੇ ਆਪ ਉન્નਤ ਹੋ ਜਾਂਦੀਆਂ ਹਨ, ਜਿਵੇਂ ਕਿ ਪੂਰਵ ਵਿੱਚ ਸਪਸ਼ਟ ਹੋ ਚੁੱਕਾ ਹੈ। ਫਿਰ ਉਹ ਦੇਵਤਾ ਯਾਨੀ ਸ਼ਾਖਾ ਬਹੁਤ ਵੱਡੀ ਹੋ ਕੇ ਫਲ ਦੇਣਗੀਆਂ, ਤੁਹਾਨੂੰ ਲੋਕਾਂ ਨੂੰ ਉન્નਤ ਕਰਨਗੇ ਅਰਥਾਤ ਜਦੋਂ ਅਸੀਂ ਸ਼ਾਸਤਰ ਅਨੁਕੂਲ ਸਾਧਨਾ ਕਰਾਂਗੇ ਤਾਂ ਸਾਡੇ ਭਗਤੀ ਕਰਮ ਬਣਨਗੇ ਕਰਮਾਂ ਦਾ ਫਲ। ਇਹ ਤਿੰਨੋਂ ਦੇਵਤਾ ਯਾਨੀ ਸ੍ਰੀ ਬ੍ਰਹਮਾ ਜੀ, ਸ੍ਰੀ ਵਿਸ਼ਨੂੰ ਜੀ ਅਤੇ ਸ੍ਰੀ ਸ਼ਿਵ ਜੀ ਰੂਪੀ ਸ਼ਾਖਾ ਹੀ ਦਿੰਦੇ ਹਨ। ਇਸ ਪ੍ਰਕਾਰ ਇੱਕ ਦੂਸਰੇ ਨੂੰ ਉન્નਤ ਕਰਦੇ ਹੋਏ ਤੁਹਾਡਾ ਕਲਿਆਣ ਹੋਏਗਾ ਅਤੇ ਇਸ ਨਾਲ ਦੂਸਰੇ ਪਰਮਾਤਮਾ ਨੂੰ ਪ੍ਰਾਪਤ ਹੋ ਜਾਓਗੇ। ਇਹ ਗਿਆਨ ਗੀਤਾ ਗਿਆਨ ਦਾਤਾ ਦੱਸ ਰਿਹਾ ਹੈ। ਗੀਤਾ ਅਧਿਆਇ 3 ਸ਼ਲੋਕ 11 ਸ਼ਾਸਤਰ ਅਨੁਕੂਲ ਕੀਤੇ ਯੱਗ ਅਰਥਾਤ ਅਨੁਸ਼ਠਾਨ ਦੁਆਰਾ ਵਧਾਏ ਹੋਏ ਦੇਵਤਾ ਅਰਥਾਤ ਸੰਸਾਰ ਰੂਪੀ ਪੌਦੇ ਦੀ ਸ਼ਾਖਾਵਾਂ ਤੁਹਾਨੂੰ ਲੋਕਾਂ ਨੂੰ ਬਿਨਾਂ ਮੰਗੇ ਹੀ ਇੱਛਤ ਭੋਗ ਨਿਸ਼ਚਿਤ ਹੀ ਦਿੰਦੇ ਰਹਿਣਗੇ।
ਜਿਵੇਂ ਪੌਦੇ ਦੀ ਮੂਲ ਦੀ ਸਿੰਚਾਈ ਕਰਨ ਨਾਲ ਪੌਦਾ ਪੇੜ ਬਣ ਜਾਂਦਾ ਹੈ, ਉਹ ਸ਼ਾਖਾ ਫਲਾਂ ਨਾਲ ਲਦਪਦ ਹੋ ਜਾਂਦੀਆਂ ਹਨ। ਫਿਰ ਉਸ ਰੁੱਖ ਦੀਆਂ ਸ਼ਾਖਾਵਾਂ ਆਪਣੇ ਆਪ ਪ੍ਰਤੀ ਸਾਲ ਫਲ ਦਿੰਦੀਆਂ ਰਹਿਣਗੀਆਂ। ਜਿਵੇਂ ਆਪ ਜੀ ਦਾ ਕੀਤਾ ਸ਼ਾਸਤਰ ਅਨੁਕੂਲ ਭਗਤੀ ਕਰਮ ਦਾ ਫਲ ਜੋ ਸੰਚਿਤ ਹੋ ਜਾਂਦਾ ਹੈ, ਉਸ ਨੂੰ ਇਹ ਦੇਵਤਾ ਆਪ ਨੂੰ ਦਿੰਦੇ ਰਹਿਣਗੇ। ਆਪ ਮੰਗੋ ਜਾਂ ਨਾ ਮੰਗੋ, ਜੇਕਰ ਉਹਨਾਂ ਦੇਵਤਾਵਾਂ ਦੁਆਰਾ ਦਿੱਤਾ ਗਿਆ ਆਪ ਦਾ ਕਰਮ ਸੰਸਕਾਰ ਦਾ ਧਨ ਪੁਨਰ ਧਰਮ ਵਿੱਚ ਨਹੀਂ ਲਗਾਇਆ ਤਾਂ ਉਹ ਸਾਧਕ ਭਗਤੀ ਦਾ ਚੋਰ ਹੈ। ਉਹ ਭਵਿੱਖ ਵਿੱਚ ਪੁੰਨ ਰਹਿਤ ਹੋ ਕੇ ਹਾਨੀ ਉਠਾਉਂਦਾ ਹੈ। ਗੀਤਾ ਅਧਿਆਇ 3 ਸ਼ਲੋਕ 12 ਯੱਗ ਤੋਂ ਬਚੇ ਅੰਨ ਨੂੰ ਖਾਣ ਵਾਲੇ ਸੰਤਜਨ ਸਭ ਪਾਪਾਂ ਤੋਂ ਮੁਕਤ ਹੋ ਜਾਂਦੇ ਹਨ। ਭਾਵ ਅਰਥ ਹੈ ਕਿ ਤੱਤਵਦਰਸ਼ੀ ਸੰਤ ਸਭ ਤੋਂ ਪਹਿਲਾਂ ਪਰਮ ਅਕਸ਼ਰ ਬ੍ਰਹਮ ਨੂੰ ਭੋਗ ਲਗਾ ਕੇ ਫਿਰ ਬਚੇ ਹੋਏ ਭੋਜਨ ਨੂੰ ਸਰਵ ਭਗਤਾਂ ਵਿੱਚ ਵਿਤਰਿਤ ਕਰਦਾ ਹੈ। ਉਹ ਪਹਿਚਾਣ ਹੈ ਸਤ ਸਾਧਨਾ ਦੀ ਤਾ। ਉਹ ਸੰਤ ਸਰਵ ਭਗਤੀ ਮੰਤਰ ਵੀ ਸ਼ਾਸਤਰ ਅਨੁਕੂਲ ਦਿੰਦਾ ਹੈ, ਜਿਸ ਕਾਰਨ ਨਾਲ ਸਾਧਕ ਸਰਵ ਪਾਪਾਂ ਤੋਂ ਮੁਕਤ ਹੋ ਕੇ ਸਤਲੋਕ ਵਿੱਚ ਚੱਲਿਆ ਜਾਂਦਾ ਹੈ। ਅਤੇ ਜੋ ਪਾਪੀ ਲੋਕ ਸ਼ਾਸਤਰ ਵਿਧੀ ਅਨੁਸਾਰ ਧਾਰਮਿਕ ਕਿਰਿਆਵਾਨ ਨਹੀਂ ਕਰਦੇ ਜਾਂ ਧਰਮ ਨਹੀਂ ਕਰਦੇ, ਕੇਵਲ ਆਪਣੇ ਸਰੀਰ ਪੋਸ਼ਣ ਦੇ ਲਈ ਅੰਨ ਪਕਾਉਂਦੇ ਹਨ, ਉਹ ਪਾਪ ਨੂੰ ਖਾਂਦੇ ਹਨ। ਗੀਤਾ ਅਧਿਆਇ 3 ਸ਼ਲੋਕ 13 ਸੰਪੂਰਨ ਪ੍ਰਾਣੀ ਅੰਨ ਤੋਂ ਉਤਪੰਨ ਹੁੰਦੇ ਹਨ, ਅਰਥਾਤ ਅੰਨ ਖਾਣ ਨਾਲ ਸਰੀਰ ਵਿੱਚ ਸੰਤਾਨ ਉਤਪੱਤੀ ਦਾ ਪਦਾਰਥ ਬਣਦਾ ਹੈ, ਜਿਸ ਨਾਲ ਸਾਰੇ ਪ੍ਰਾਣੀਆਂ ਦੀ ਉਤਪੱਤੀ ਹੁੰਦੀ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 235। ਅੰਨ ਦੀ ਉਤਪੱਤੀ ਵਰਿਸ਼ਟ ਨਾਲ ਹੁੰਦੀ ਹੈ। ਵਰਖਾ ਦੀ ਉਤਪੱਤੀ ਸ਼ਾਸਤਰ ਵਿਧੀ ਅਨੁਸਾਰ ਕੀਤੇ ਗਏ ਯੱਗ ਅਰਥਾਤ ਧਾਰਮਿਕ ਅਨੁਸ਼ਠਾਨ ਨਾਲ ਹੁੰਦੀ ਹੈ। ਯੱਗ ਅਰਥਾਤ ਧਾਰਮਿਕ ਅਨੁਸ਼ਠਾਨ ਸ਼ਾਸਤਰਾਂ ਵਿੱਚ ਵਰਣਿਤ ਵਿਧੀ ਨਾਲ ਕੀਤੇ ਜਾਂਦੇ ਹਨ। ਕਰਮ ਨੂੰ ਬ੍ਰਹਮ ਅਰਥਾਤ ਛਰ ਪੁਰਸ਼ ਤੋਂ ਉਤਪੰਨ ਹੋਏ ਜਾਣ, ਕਿਉਂਕਿ ਅਸੀਂ ਬ੍ਰਹਮ ਯਾਨੀ ਕਾਲ ਦੇ ਲੋਕ ਵਿੱਚ ਆਏ ਹਾਂ, ਤਾਂ ਸਾਨੂੰ ਕਰਮ ਕਰਕੇ ਹੀ ਸਭ ਪ੍ਰਾਪਤ ਹੁੰਦਾ ਹੈ। ਜਦੋਂ ਅਸੀਂ ਸਤਲੋਕ ਵਿੱਚ ਸੀ, ਉਦੋਂ ਬਿਨਾਂ ਕਰਮ ਕੀਤੇ ਸਭ ਪ੍ਰਾਪਤ ਸੀ। ਇਸ ਲਈ ਕਿਹਾ ਹੈ ਕਿ ਕਰਮ ਨੂੰ ਬ੍ਰਹਮ ਯਾਨੀ ਕਾਲ ਤੋਂ ਉਤਪੰਨ ਜਾਣ, ਅਤੇ ਬ੍ਰਹਮ ਯਾਨੀ ਕਾਲ ਦੀ ਉਤਪੱਤੀ ਅਵਿਨਾਸ਼ੀ ਪਰਮਾਤਮਾ ਤੋਂ ਹੋਈ, ਜਿਸ ਦਾ ਵਰਣਨ ਗੀਤਾ ਅਧਿਆਇ 15 ਸ਼ਲੋਕ 17 ਵਿੱਚ ਹੈ ਅਤੇ ਸ੍ਰਿਸ਼ਟੀ ਰਚਨਾ ਅਧਿਆਇ ਵਿੱਚ ਪੜ੍ਹੋ। ਇਸ ਤੋਂ ਸਿੱਧ ਹੁੰਦਾ ਹੈ ਕਿ ਸਰਵਗਤਮ ਬ੍ਰਹਮ ਯਾਨੀ ਸਰਵਵਿਆਪੀ ਪਰਮ ਅਕਸ਼ਰ ਪਰਮਾਤਮਾ ਅਰਥਾਤ ਪਰਮ ਅਕਸ਼ਰ ਬ੍ਰਹਮ ਸਦਾ ਹੀ ਯੱਗਾਂ ਵਿੱਚ ਅਰਥਾਤ ਧਾਰਮਿਕ ਅਨੁਸ਼ਠਾਨਾਂ ਵਿੱਚ ਪ੍ਰਤਿਸ਼ਠਿਤਮ ਯਾਨੀ ਪ੍ਰਤਿਸ਼ਠਿਤ ਹੈ, ਅਰਥਾਤ ਸਭ ਧਾਰਮਿਕ ਕਿਰਿਆਵਾਨ ਵਿੱਚ ਪਰਮ ਬ੍ਰਹਮ ਈਸ਼ਟ ਰੂਪ ਵਿੱਚ ਪੂਜਨੀਏ ਹੈ। ਗੀਤਾ ਅਧਿਆਇ 3 ਸ਼ਲੋਕ 14 ਤੇ 15 ਪਰਮ ਅਕਸ਼ਰ ਬ੍ਰਹਮ ਗੀਤਾ ਗਿਆਨ ਦਾਤਾ ਤੋਂ ਕੋਈ ਹੈ। ਗੀਤਾ ਗਿਆਨ ਦਾਤਾ ਨੇ ਖੁਦ ਗੀਤਾ ਅਧਿਆਇ 18 ਸ਼ਲੋਕ 62 ਵਿੱਚ ਕਿਹਾ ਹੈ ਕਿ हे ਭਾਰਤ ਤੂੰ ਸਰਵ ਭਾਵ ਨਾਲ ਉਸ ਪਰਮੇਸ਼ਵਰ ਅਰਥਾਤ ਪਰਮ ਅਕਸ਼ਰ ਬ੍ਰਹਮ ਦੀ ਸ਼ਰਨ ਵਿੱਚ ਜਾ। ਉਸ ਪਰਮੇਸ਼ਵਰ ਦੀ ਕਿਰਪਾ ਨਾਲ ਹੀ ਤੂੰ ਪਰਮ ਸ਼ਾਂਤੀ ਨੂੰ ਤੇ ਸ਼ਾਸਵਤ ਸਥਾਨ ਅਰਥਾਤ ਪਰਮ ਧਾਮ ਨੂੰ ਪ੍ਰਾਪਤ ਹੋਵੇਗਾ। ਗੀਤਾ ਅਧਿਆਇ 15 ਸ਼ਲੋਕ 4 ਵਿੱਚ ਗੀਤਾ ਗਿਆਨਦਾਤਾ ਨੇ ਦੱਸਿਆ ਹੈ ਕਿ ਤੱਤਵਦਰਸ਼ੀ ਸੰਤ ਮਿਲਣ ਦੇ ਪਿੱਛੋਂ ਤੱਤਵ ਗਿਆਨ ਰੂਪੀ ਸ਼ਾਸਤਰ ਦੁਆਰਾ ਅਗਿਆਨ ਨੂੰ ਕੱਟ ਕੇ ਪਰਮੇਸ਼ਵਰ ਦੇ ਉਸ ਪਰਮਪਦ ਦੀ ਖੋਜ ਕਰਨੀ ਚਾਹੀਦੀ ਹੈ, ਜਿੱਥੇ ਜਾਣ ਦੇ ਪਿੱਛੋਂ ਸਾਧਕ ਫਿਰ ਵਾਪਸ ਕਦੀ ਸੰਸਾਰ ਵਿੱਚ ਜਨਮ ਨਹੀਂ ਲੈਂਦੇ, ਅਰਥਾਤ ਉਹਨਾਂ ਨੂੰ ਸਨਾਤਨ ਪਰਮਧਾਮ ਪ੍ਰਾਪਤ ਹੋ ਜਾਂਦਾ ਹੈ। ਜਿੱਥੇ ਪਰਮ ਸ਼ਾਂਤੀ ਹੈ, ਕੋਈ ਕਸ਼ਟ ਨਹੀਂ ਹੈ, ਉੱਥੇ ਮ੍ਰਿਤਯੂ ਨਹੀਂ ਹੁੰਦੀ, ਉੱਥੇ ਵਿਰਧ ਅਵਸਥਾ ਨਹੀਂ ਹੁੰਦੀ, ਕਿਸੇ ਪਦਾਰਥ ਦੀ ਕਮੀ ਵੀ ਨਹੀਂ ਹੈ। ਜਿਸ ਪਰਮੇਸ਼ਵਰ ਤੋਂ ਸੰਸਾਰ ਰੂਪੀ ਰੁੱਖ ਦੀ ਪ੍ਰਵਿਰਤੀ ਵਿਸਤਾਰ ਨੂੰ ਪ੍ਰਾਪਤ ਹੋਈ ਹੈ, ਉਸੀ ਪਰਮੇਸ਼ਵਰ ਦੀ ਭਗਤੀ ਕਰਨੀ ਚਾਹੀਦੀ ਹੈ। ਗੀਤਾ ਅਧਿਆਇ 13 ਸ਼ਲੋਕ 17 ਵਿੱਚ ਗੀਤਾ ਗਿਆਨ ਦਾਤਾ ਨੇ ਦੱਸਿਆ ਹੈ ਕਿ ਉਹ ਪਰਬ੍ਰਹਮ ਅਰਥਾਤ ਮੇਰੇ ਤੋਂ ਦੂਸਰਾ ਪ੍ਰਭੂ, ਦੂਸਰੇ ਸ਼ਬਦਾਂ ਵਿੱਚ ਪਰਮ ਅਕਸ਼ਰ ਬ੍ਰਹਮ, ਜਿਸ ਦੇ ਵਿਸ਼ੇ ਵਿੱਚ ਗੀਤਾ ਅਧਿਆਇ 8 ਸ਼ਲੋਕ 3 ਵਿੱਚ ਕਿਹਾ ਹੈ। ਜੋਤੀਆਂ ਦਾ ਵੀ ਜੋਤੇ ਮਾਇਆ ਤੋਂ ਅਤੇ ਪਰੇ ਕਿਹਾ ਜਾਂਦਾ ਹੈ। ਬੋਧ ਰੂਪ ਯਾਨੀ ਜਾਣਨ ਯੋਗ ਪਰਮਾਤਮਾ ਤੱਤਵ ਗਿਆਨ ਨਾਲ ਪ੍ਰਾਪਤ ਕਰਨ ਯੋਗ ਹੈ ਅਤੇ ਸਭ ਦੇ ਹਿਰਦੇ ਵਿੱਚ ਵਿਸ਼ੇਸ਼ ਰੂਪ ਨਾਲ ਸਥਿਤ ਹੈ। ਵਿਚਾਰ ਕਰੋ, ਜਿਸ ਤੱਤਵ ਗਿਆਨ ਨਾਲ ਪਰਮਪਦ ਅਕਸ਼ਰ ਬ੍ਰਹਮ ਪ੍ਰਾਪਤ ਹੁੰਦਾ ਹੈ, ਉਸ ਨੂੰ ਸੂਖਸ਼ਮ ਵੇਦ ਵੀ ਕਹਿੰਦੇ ਹਨ। ਉਸ ਦਾ ਗਿਆਨ ਗੀਤਾ ਗਿਆਨ ਦਾਤਾ ਨੂੰ ਨਹੀਂ ਹੈ। ਇਸ ਲਈ ਗੀਤਾ ਗਿਆਨ ਦਾਤਾ ਨੇ ਗੀਤਾ ਅਧਿਆਇ 4 ਸ਼ਲੋਕ 32 ਅਤੇ 34 ਵਿੱਚ ਦੱਸਿਆ ਹੈ ਕਿ ਯੱਗਾ ਅਰਥਾਤ ਧਾਰਮਿਕ ਅਨੁਸ਼ਠਾਨਾਂ ਦਾ ਵਿਸਤਾਰ ਪੂਰਵ ਗਿਆਨ ਸਵੈਮ ਬ੍ਰਹਮਣੇ ਮੁਖੇ ਯਾਨੀ ਸੱਚੀਦਾਨੰਦ ਕਣ ਬ੍ਰਹਮ ਪਰਮਾਤਮਾ ਅਰਥਾਤ ਪਰਮ ਅਕਸ਼ਰ ਬ੍ਰਹਮ ਆਪਣੇ ਮੁਖ ਕਮਲ ਤੋਂ ਬੋਲ ਕੇ ਦੱਸਦਾ ਹੈ, ਜੋ ਸੱਚੀਦਾਨੰਦ ਕਣ ਬ੍ਰਹਮ ਦੀ ਬਾਣੀ ਕਹੀ ਜਾਂਦੀ ਹੈ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ
ਜੀਨੇ ਕੀ ਰਾਹ ਦਾ ਪੰਨਾ ਨੰਬਰ 236। ਪਾਠਕਾਂ ਨੂੰ ਨਿਵੇਦਨ ਹੈ ਕਿ ਗੀਤਾ ਅਧਿਆਇ 4 ਸ਼ਲੋਕ 32 ਦੇ ਮੂਲ ਪਾਠ ਬ੍ਰਹਮਣੇ ਸ਼ਬਦ ਹੈ। ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਗੀਤਾ ਅਤੇ ਹੋਰ ਸਥਾਨਾਂ ਤੋਂ ਪ੍ਰਕਾਸ਼ਿਤ ਗੀਤਾ ਅਨੁਵਾਦਕਾਂ ਨੇ ਬ੍ਰਹਮਣੇ ਦਾ ਅਰਥ ਵੇਦ ਕੀਤਾ ਹੈ, ਜੋ ਗਲਤ ਹੈ। ਗੀਤਾ ਅਧਿਆਇ 17 ਸ਼ਲੋਕ 23 ਵਿੱਚ ਵੀ ਬ੍ਰਹਮਣੇ ਸ਼ਬਦ ਹੈ। ਉਸ ਵਿੱਚ ਅਨੁਵਾਦਕਾਂ ਨੇ ਠੀਕ ਅਰਥ ਸੱਚੀਦਾਨੰਦ ਕਣ ਬ੍ਰਹਮ ਕੀਤਾ ਹੈ। ਇਸ ਲਈ ਗੀਤਾ ਅਧਿਆਇ 4 ਸ਼ਲੋਕ 32 ਵਿੱਚ ਬ੍ਰਹਮਣੇ ਮੁਖੇ ਦਾ ਅਰਥ ਸੱਚੀਦਾਨੰਦ ਕਣ ਬ੍ਰਹਮ ਦੇ ਮੁੱਖ ਕਮਲ ਤੋਂ ਉਚਾਰਿਤ ਬਾਣੀ ਵਿੱਚ ਕਰਨਾ ਉਚਿਤ ਹੈ। ਗੀਤਾ ਅਧਿਆਇ 4 ਸ਼ਲੋਕ 34 ਵਿੱਚ ਗੀਤਾ ਗਿਆਨਦਾਤਾ ਨੇ ਕਿਹਾ ਹੈ ਕਿ ਉਸ ਤੱਤਵ ਗਿਆਨ ਜਿਸ ਨੂੰ ਪਰਮੇਸ਼ਵਰ ਆਪਣੇ ਮੁੱਖ ਕਮਲ ਤੋਂ ਦੱਸਦਾ ਹੈ, ਤੂੰ ਤੱਤਵਦਰਸ਼ੀ ਸੰਤਾਂ ਦੇ ਕੋਲ ਜਾ ਕੇ ਸਮਝ। ਉਹਨਾਂ ਨੂੰ ਦੰਡਵਤ ਪ੍ਰਣਾਮ ਕਰਨ ਨਾਲ, ਨਿਮਰਤਾ ਪੂਰਵਕ ਪ੍ਰਸ਼ਨ ਕਰਨ ਨਾਲ ਉਹ ਪਰਮਾਤਮ ਤੱਤਵ ਨੂੰ ਭਲੀ ਭਾਂਤੀ ਜਾਣਨ ਵਾਲਾ ਤੱਤਵਦਰਸ਼ੀ ਮਹਾਤਮਾ ਤੈਨੂੰ ਤੱਤਵ ਗਿਆਨ ਦਾ ਉਪਦੇਸ਼ ਕਰਨਗੇ। ਪ੍ਰਭੂ ਪ੍ਰੇਮੀ ਪਾਠਕ ਜਨੋ, ਇਸ ਤੋਂ ਸਿੱਧ ਹੋਇਆ ਕਿ ਉਹ ਤੱਤਵ ਗਿਆਨ ਜਿਸ ਨਾਲ ਪਰਮ ਅਕਸ਼ਰ ਪਰਮਾਤਮਾ ਪ੍ਰਾਪਤ ਹੁੰਦਾ ਹੈ, ਗੀਤਾ ਗ੍ਰੰਥ ਵਿੱਚ ਨਹੀਂ ਹੈ। ਗੀਤਾ ਚਾਰੋਂ ਵੇਦਾਂ ਯਾਨੀ ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ ਦਾ ਸੰਖੇਪ ਰੂਪ ਹੈ, ਉਹਨਾਂ ਦਾ ਸਾਰੰਸ਼ ਹੈ। ਇਸ ਤੋਂ ਸਿੱਧ ਹੋਇਆ ਕਿ ਸੂਖਸ਼ਮ ਵੇਦ ਵਾਲਾ ਤੱਤਵ ਗਿਆਨ ਕਿਸੇ ਪ੍ਰਚਲਿਤ ਸਦਗ੍ਰੰਥ ਵਿੱਚ ਨਹੀਂ ਹੈ। ਉਹ ਗਿਆਨ ਮੇਰੇ ਯਾਨੀ ਸੰਤ ਰਾਮਪਾਲ ਦਾਸ ਕੋਲ ਹੈ, ਵਿਸ਼ਵ ਵਿੱਚ ਕਿਸੇ ਦੇ ਕੋਲ ਨਹੀਂ ਹੈ। ਪ੍ਰਸ਼ਨ: ਕੀ ਸ੍ਰੀ ਬ੍ਰਹਮਾ ਜੀ ਰਜਗੁਣ, ਸ੍ਰੀ ਵਿਸ਼ਨੂੰ ਜੀ ਸਤਗੁਣ ਅਤੇ ਸ੍ਰੀ ਸ਼ਿਵ ਜੀ ਤਮਗੁਣ ਵੀ ਈਸ਼ਟ ਰੂਪ ਵਿੱਚ ਪੂਜਣ ਯੋਗ ਨਹੀਂ ਹੈ? ਹਿੰਦੂ ਧਰਮ ਵਿੱਚ ਇਹਨਾਂ ਦੇਵਤਾਵਾਂ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ ਗੁਰੂ ਸ਼ੰਕਰਾਚਾਰੀਆ ਅਤੇ ਹੋਰ ਇਹਨਾਂ ਦੀ ਹੀ ਪੂਜਾ ਇਸ਼ਟ ਰੂਪ ਵਿੱਚ ਮੰਨ ਕੇ ਕਰਨ ਨੂੰ ਕਹਿੰਦੇ ਹਨ। ਉਹ ਖੁਦ ਵੀ ਕਰਦੇ ਹਨ। ਆਪ ਦੀ ਗੱਲ ਨਾ ਕਾਬਿਲੇ ਯਕੀਨ ਹੈ। ਕੀ ਆਪ ਗੀਤਾ ਵਿੱਚ ਪ੍ਰਮਾਣਿਤ ਕਰ ਸਕਦੇ ਹੋ? ਉੱਤਰ: ਹਿੰਦੂ ਧਰਮ ਦੇ ਧਰਮ ਗੁਰੂਆਂ ਨੂੰ ਆਪਣੇ ਸਦਗ੍ਰੰਥਾਂ ਦਾ ਹੀ ਗਿਆਨ ਨਹੀਂ। ਜਿਵੇਂ ਅੱਖਰ ਗਿਆਨ ਦੇਣ ਵਾਲੇ ਅਧਿਆਪਕ ਨੂੰ ਆਪਣੇ ਪਾਠਕ੍ਰਮ ਦੀਆਂ ਪੁਸਤਕਾਂ ਦੇ ਉਲੇਖ ਦਾ ਹੀ ਗਿਆਨ ਨਹੀਂ, ਤਾਂ ਅਧਿਆਪਕ ਵਿਦਿਆਰਥੀਆਂ ਦੇ ਲਈ ਹਾਨੀਕਾਰਕ ਹੁੰਦਾ ਹੈ। ਉਹ ਸਿੱਖਿਅਕ ਠੀਕ ਨਹੀਂ। ਇਹ ਦਸ਼ਾ ਹਿੰਦੂ ਧਰਮ ਦੇ ਗੁਰੂਆਂ ਦੀ ਹੈ। ਪ੍ਰਮਾਣ: ਸ਼੍ਰੀਮਦ ਭਗਵਤ ਗੀਤਾ ਅਧਿਆਇ 7 ਸ਼ਲੋਕ 12 ਤੋਂ 15 ਵਿੱਚ ਗੀਤਾ ਗਿਆਨਦਾਤਾ ਨੇ ਕਿਹਾ ਹੈ ਕਿ ਤਿੰਨੋਂ ਗੁਣਾਂ ਨਾਲ ਰਜਗੁਣ ਸ੍ਰੀ ਬ੍ਰਹਮਾ ਜੀ ਤੋਂ ਉਤਪੱਤੀ, ਸਤਗੁਣ ਵਿਸ਼ਨੂੰ ਜੀ ਤੋਂ ਸਥਿਤੀ ਤੇ ਤਮਗੁਣ ਸ੍ਰੀ ਸ਼ਿਵ ਸ਼ੰਕਰ ਜੀ ਤੋਂ ਸੰਹਾਰ ਜੋ ਹੋ ਰਿਹਾ ਹੈ, ਉਸ ਦਾ ਨਿਮੀਤ ਮੈਂ ਹਾਂ, ਪਰੰਤੂ ਉਹਨਾਂ ਵਿੱਚ ਮੈਂ ਅਤੇ ਉਹ ਮੇਰੇ ਵਿੱਚ ਨਹੀਂ ਹਨ। ਗੀਤਾ ਅਧਿਆਇ 7 ਸ਼ਲੋਕ 12। ਪਹਿਲਾਂ ਇਹ ਪ੍ਰਮਾਣਿਤ ਕਰਦੇ ਹਾਂ ਕਿ ਰਜਗੁਣ ਬ੍ਰਹਮਾ, ਸਤਗੁਣ ਵਿਸ਼ਨੂੰ ਅਤੇ ਤਮਗੁਣ ਸ਼ਿਵ ਸ਼ੰਕਰ ਹੈ। ਨੰਬਰ 1 ਮਾਰਕੰਡੇ ਪੁਰਾਣ ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਕੇਵਲ ਹਿੰਦੀ ਸਚਿੱਤਰ ਮੋਟਾ ਟਾਈਪ ਦੇ ਪੰਨਾ ਨੰਬਰ 123 ਉੱਤੇ ਲਿਖਿਆ ਹੈ ਕਿ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਬ੍ਰਹਮ ਦੀਆਂ ਪ੍ਰਧਾਨ ਸ਼ਕਤੀਆਂ ਹਨ। ਇਹ ਹੀ ਤਿੰਨ ਦੇਵਤਾ ਹਨ। ਨੰਬਰ 2 ਸ੍ਰੀ ਦੇਵੀ ਪੁਰਾਣ ਸ੍ਰੀ ਖੇਮਚੰਦ ਸ੍ਰੀ ਕ੍ਰਿਸ਼ਨ ਚੰਦ ਵੈਂਕਟੇਸ਼ਵਰ ਪ੍ਰੈਸ ਮੁੰਬਈ ਤੋਂ ਪ੍ਰਕਾਸ਼ਿਤ ਦੇ ਤੀਸਰੇ ਸਕੰਦ ਦੇ ਅਧਿਆਇ 5 ਸ਼ਲੋਕ 8 ਵਿੱਚ ਕਿਹਾ ਹੈ, ਭਗਤੀ ਕਿਸ ਪ੍ਰਭੂ ਦੀ ਕਰਨੀ ਚਾਹੀਦੀ ਹੈ? ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 237। ਯਦੇ ਦਯਾਦ੍ਰਮਨਾ ਨਾ ਸਦਾਨ ਬਿਕੇ ਕਥਮਹਮ ਵਿਹਿਤਚ ਤਮੋ ਗੁਣ ਕਮਲਜਸ਼ਚ ਰਜੋ ਗੁਣ ਸੰਭਵ ਸੁਵਿਹਿਤ ਕਿਮੋ ਸਤਵ ਗੁਣੋ ਹਰਿ ਸ੍ਰੀ ਹਰਿ ਸਤਗੁਣ। ਦੇਵੀ ਪੁਰਾਣ ਦੇ ਤੀਸਰੇ ਸਕੰਦ ਦੇ ਅਧਿਆਇ 5 ਸ਼ਲੋਕ 8। ਅਨੁਵਾਦ: ਭਗਵਾਨ ਸ਼ਿਵ ਆਪਣੀ ਮਾਤਾ ਦੁਰਗਾ ਜੀ ਨੂੰ ਪ੍ਰਸ਼ਨ ਕਰ ਰਹੇ ਹਨ ਕਿ ਹੇ ਮਾਤਾ, ਜੇਕਰ ਆਪ ਸਾਡੇ ਉੱਤੇ ਦਇਆ ਯੁਕਤ ਹੋ ਤਾਂ ਮੈਨੂੰ ਤਮੋਗੁਣ ਕਿਉਂ ਉਤਪੰਨ ਕੀਤਾ? ਕਮਲ ਤੋਂ ਉਤਪੰਨ ਕੀਤਾ। ਬ੍ਰਹਮਾ ਜੀ ਨੂੰ ਰਜੋਗੁਣ ਅਤੇ ਸ੍ਰੀ ਵਿਸ਼ਨੂੰ ਜੀ ਨੂੰ ਸਤੋਗੁਣ ਕਿਉਂ ਬਣਾਇਆ? ਇਸ ਨਾਲ ਪ੍ਰਮਾਣਿਤ ਹੋਇਆ ਕਿ ਰਜਗੁਣ ਕਹੋ ਚਾਹੇ ਬ੍ਰਹਮਾ ਜੀ ਕਹੋ, ਸਤਗੁਣ ਕਹੋ ਚਾਹੇ ਵਿਸ਼ਨੂੰ ਜੀ ਕਹੋ, ਤਮਗੁਣ ਕਹੋ ਚਾਹੇ ਸ਼ਿਵ ਜੀ ਕਹੋ। ਗੀਤਾ ਅਧਿਆਇ 7 ਸ਼ਲੋਕ 12 ਦਾ ਭਾਵ ਅਰਥ ਗੀਤਾ ਗਿਆਨਦਾਤਾ ਕਾਲ ਬ੍ਰਹਮ ਹੈ। ਪ੍ਰਮਾਣ: ਗੀਤਾ ਅਧਿਆਇ 11 ਸ਼ਲੋਕ 31 ਅਤੇ 32। ਗੀਤਾ ਅਧਿਆਇ 11 ਸ਼ਲੋਕ 31 ਵਿੱਚ ਅਰਜੁਨ ਨੇ ਪੁੱਛਿਆ ਕਿ ਹੇ ਮਹਾਨੁਭਾਵ, ਆਪ ਕੌਣ ਹੋ? ਜਦੋਂ ਕਿ ਸ੍ਰੀ ਕ੍ਰਿਸ਼ਨ ਜੀ ਤਾਂ ਅਰਜੁਨ ਦੇ ਸਾਲੇ ਸਨ। ਸ੍ਰੀ ਕ੍ਰਿਸ਼ਨ ਜੀ ਦੀ ਭੈਣ ਸੁਭਦਰਾ ਦਾ ਵਿਆਹ ਅਰਜੁਨ ਨਾਲ ਹੋਇਆ ਸੀ। ਵਿਚਾਰ ਕਰੋ ਕਿ ਜੇਕਰ ਗੀਤਾ ਗਿਆਨਦਾਤਾ ਸ੍ਰੀ ਕ੍ਰਿਸ਼ਨ ਹੁੰਦੇ ਤਾਂ ਅਰਜੁਨ ਨੂੰ ਇਹ ਪੁੱਛਣ ਦੀ ਨੌਬਤ ਨਹੀਂ ਆਉਂਦੀ ਕਿ ਆਪ ਕੌਣ ਹੋ। ਕਿਉਂ ਜੀਜਾ ਆਪਣੇ ਸਾਲੇ ਨੂੰ ਨਹੀਂ ਜਾਣਦਾ? ਅਸਲ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਸਰੀਰ ਵਿੱਚ ਪ੍ਰੇਤ ਵਸ਼ ਪ੍ਰਵੇਸ਼ ਕਰਕੇ ਕਾਲ ਬੋਲ ਰਿਹਾ ਸੀ।
ਅਧਿਕ ਪ੍ਰਮਾਣ ਦੇ ਲਈ ਪੜ੍ਹੋ ਪੁਸਤਕਾਂ ਗੀਤਾ ਤੇਰਾ ਗਿਆਨ ਅੰਮ੍ਰਿਤ, ਗਹਿਰੀ ਨਜ਼ਰ ਗੀਤਾ ਮੈਂ, ਗਿਆਨ ਗੰਗਾ, ਅਧਿਆਤਮਿਕ ਗਿਆਨ ਗੰਗਾ ਅਤੇ ਦੇਖੋ ਸਤਸੰਗਾਂ ਦੀ DVD ਸ੍ਰੀਮਦ ਭਗਵਤ ਗੀਤਾ ਦਾ ਗਿਆਨ ਕਿਸਨੇ ਬੋਲਿਆ। ਇਹ ਸਭ ਸਾਡੀ ਵੈਬਸਾਈਟ www.jagatgururampalji.org ਉੱਤੇ ਉਪਲਬਧ ਹੈ। ਨਿਸ਼ੁਲਕ ਡਾਊਨਲੋਡ ਕਰ ਸਕਦੇ ਹਾਂ। YouTube ਉੱਤੇ ਵੀ ਸਰਚ ਕਰ ਸਕਦੇ ਹਾਂ। ਸਤਸੰਗ ਬਰਵਾਲਾ ਆਸ਼ਰਮ ਜਾਂ ਸੰਤ ਰਾਮਪਾਲ ਜੀ। ਗੀਤਾ ਗਿਆਨਦਾਤਾ ਕਾਲ ਬ੍ਰਹਮ ਹੈ ਜੋ ਗੀਤਾ ਅਧਿਆਇ 11 ਸ਼ਲੋਕ 32 ਵਿੱਚ ਖੁਦ ਕਹਿ ਰਿਹਾ ਹੈ ਕਿ ਮੈਂ ਕਾਲ ਹਾਂ, ਹੁਣ ਪ੍ਰਵਿਰਤ ਹੋਇਆ ਹਾਂ, ਅਰਥਾਤ ਹੁਣ ਪ੍ਰਗਟ ਹੋਇਆ ਹਾਂ। ਜੇਕਰ ਸ੍ਰੀ ਕ੍ਰਿਸ਼ਨ ਜੀ ਗੀਤਾ ਗਿਆਨ ਬੋਲ ਰਹੇ ਹੁੰਦੇ ਤਾਂ ਇਹ ਨਹੀਂ ਕਹਿੰਦੇ ਕਿ ਮੈਂ ਹੁਣ ਆਇਆ ਹਾਂ, ਕਿਉਂਕਿ ਸ੍ਰੀ ਕ੍ਰਿਸ਼ਨ ਜੀ ਤਾਂ ਪਹਿਲਾਂ ਹੀ ਵਿਦਮਾਨ ਸਨ। ਸ੍ਰੀ ਕ੍ਰਿਸ਼ਨ ਜੀ ਨੇ ਪਹਿਲਾਂ ਨਹੀਂ ਕਿਹਾ ਕਿ ਮੈਂ ਕਾਲ ਹਾਂ, ਨਾ ਕਦੀ ਬਾਅਦ ਵਿੱਚ ਕਿਹਾ ਕਿ ਸਭ ਦਾ ਨਾਸ਼ ਕਰਨ ਵਾਲਾ ਵੱਡਾ ਹੋਇਆ ਕਾਲ ਹਾਂ। ਕੌਰਵਾਂ ਦੀ ਸਭਾ ਵਿੱਚ ਆਪਣਾ ਵਿਰਾਟ ਰੂਪ ਵੀ ਦਿਖਾਇਆ ਸੀ। ਵਿਰਾਟ ਰੂਪ ਭਗਤੀ ਯੁਕਤ ਪ੍ਰਤੇਕ ਆਤਮਾ ਦਾ ਹੁੰਦਾ ਹੈ। ਕੋਈ ਹੀ ਇਸ ਨੂੰ ਪ੍ਰਗਟ ਕਰ ਸਕਦਾ ਹੈ। ਇਹ ਭਗਤੀ ਦੀ ਸ਼ਕਤੀ ਅਨੁਸਾਰ ਹੁੰਦਾ ਹੈ। ਗੀਤਾ ਗਿਆਨਦਾਤਾ ਨੇ ਗੀਤਾ ਅਧਿਆਇ 11 ਸ਼ਲੋਕ 47 ਵਿੱਚ ਕਿਹਾ ਹੈ ਕਿ ਅਰਜੁਨ ਮੇਰਾ ਇਹ ਵਿਰਾਟ ਰੂਪ ਤੇਰੇ ਅਤਿਰਿਕਤ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਹੈ। ਪਾਠਕਾਂ ਨੂੰ ਨਿਵੇਦਨ ਹੈ ਕਿ ਸ੍ਰੀ ਕ੍ਰਿਸ਼ਨ ਜੀ ਨੇ ਤਾਂ ਆਪਣਾ ਵਿਰਾਟ ਰੂਪ ਪਹਿਲਾਂ ਕੌਰਵਾਂ ਦੀ ਸਭਾ ਵਿੱਚ ਦਿਖਾਇਆ ਸੀ, ਜੋ ਉਪਸਥਿਤ ਸੈਂਕੜੇ ਕੌਰਵਾਂ ਸਹਿਤ ਹਜ਼ਾਰਾਂ ਨੇ ਦੇਖਿਆ ਸੀ। ਜੇਕਰ ਸ੍ਰੀ ਕ੍ਰਿਸ਼ਨ ਜੀ ਗੀਤਾ ਗਿਆਨ ਬੋਲ ਰਹੇ ਹੁੰਦੇ ਤਾਂ ਇਹ ਕਦੇ ਵੀ ਨਹੀਂ ਕਹਿੰਦੇ ਕਿ ਇਹ ਮੇਰਾ ਵਿਰਾਟ ਰੂਪ ਤੇਰੇ ਤੋਂ ਇਲਾਵਾ ਪਹਿਲਾਂ ਕਿਸੇ ਨੇ ਨਹੀਂ ਦੇਖਿਆ ਸੀ। ਇਸ ਤੋਂ ਸਪਸ਼ਟ ਹੈ ਕਿ ਗੀਤਾ ਗਿਆਨਦਾਤਾ ਕਾਲ ਬ੍ਰਹਮ, ਜਿਸ ਨੂੰ ਗੀਤਾ ਅਧਿਆਇ 15 ਸ਼ਲੋਕ 16 ਵਿੱਚ ਛਰ ਕਿਹਾ ਹੈ, ਜਿਸ ਨੇ ਗੀਤਾ ਅਧਿਆਇ 8 ਸ਼ਲੋਕ 13 ਵਿੱਚ ਕਿਹਾ ਹੈ ਓਮ ਇति ਏਕਾਕਸ਼ਰਮ ਬ੍ਰਹਮ ਵਿਵਹਾਰਨ ਮਾਮ ਅਨੁਸਮਰਨ ਯਹ ਪਰਿਆਤੇ ਤਜਨ ਦੇਹਮ ਸਹਿਯਾਤੇ ਪਰਮਾਮ ਗਤਿਮ। आप जी सुन रहे हो जगत गुरु तत्वदर्शी संत रामपाल जी महाराज द्वारा लिखित किताब जीने की राह दा पन्ना नंबर 238। सरल अर्थ गीता ज्ञानदाता ने कहा है कि माम ब्रह्म यानी मुझ ब्रह्म दा ओम इति एक अक्षरम यानी एक अक्षर है। विवहारण यानी उच्चारण करके, अनुसमरण यानी सिमरन करदा होया, यह प्रजाति तजन देहिम यानी जो साधक शरीर त्याग के जांदा है। ਸਹਿਯਾਤੇ ਪਰਮਾਮ ਗਤਿਮ ਯਾਨੀ ਉਹ ਓਮ ਨਾਮ ਤੋਂ ਹੋਣ ਵਾਲੀ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ। ਇਸ ਨੂੰ ਹੋਰ ਸਪਸ਼ਟ ਕਰਦਾ ਹਾਂ। ਸ਼੍ਰੀ ਦੇਵੀ ਪੁਰਾਣ ਸਚਿੱਤਰ ਮੋਟਾ ਟਾਈਪ ਕੇਵਲ ਹਿੰਦੀ ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਦੇ 7ਵੇਂ ਸਕੰਦ ਵਿੱਚ ਪੰਨਾ ਨੰਬਰ 562 ਅਤੇ 563 ਤੇ ਪ੍ਰਕਰਨ ਇਸ ਪ੍ਰਕਾਰ ਹੈ। ਸ਼੍ਰੀ ਦੇਵੀ ਜੀ ਰਾਜਾ ਹਿਮਾਲਯ ਨੂੰ ਬ੍ਰਹਮ ਗਿਆਨ ਉਪਦੇਸ਼ ਦਿੰਦੀ ਹੈ। ਕਿਹਾ ਕਿ ਹੇ ਰਾਜਨ ਤੂੰ ਓਮ ਨਾਮ ਦਾ ਜਾਪ ਕਰ, ਜਿਸ ਤੋਂ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਇਹ ਓਮ ਨਾਮ ਬ੍ਰਹਮ ਜਾਪ ਮੰਤਰ ਹੈ ਅਤੇ ਸਭ ਗੱਲਾਂ ਨੂੰ ਪੂਜਾਵਾਂ ਨੂੰ ਤਿਆਗ ਕੇ ਕੇਵਲ ਇੱਕ ਓਮ ਨਾਮ ਦਾ ਜਾਪ ਕਰ। ਬ੍ਰਹਮ ਪ੍ਰਾਪਤੀ ਦਾ ਉਦੇਸ਼ ਰੱਖ, ਤੇਰਾ ਕਲਿਆਣ ਹੋਵੇ। ਇਸ ਨਾਲ ਬ੍ਰਹਮ ਨੂੰ ਪ੍ਰਾਪਤ ਹੋ ਜਾਏਗਾ। ਉਹ ਬ੍ਰਹਮ ਦਿਵ ਆਕਾਸ਼ ਰੂਪੀ ਬ੍ਰਹਮ ਲੋਕ ਵਿੱਚ ਰਹਿੰਦਾ ਹੈ। ਇਸ ਦੇਵੀ ਮਹਾਪੁਰਾਣ ਤੋਂ ਸਪਸ਼ਟ ਹੋਇਆ ਕਿ ਓਮ ਨਾਮ ਜਾਪ ਬ੍ਰਹਮ ਦਾ ਹੈ। ਹੋਰ ਪ੍ਰਮਾਣ ਸ਼੍ਰੀ ਸ਼ਿਵ ਮਹਾਪੁਰਾਣ ਗੀਤਾ ਪ੍ਰੈਸ ਗੋਰਖਪੁਰ ਤੋਂ ਪ੍ਰਕਾਸ਼ਿਤ ਸਚਿੱਤਰ ਮੋਟਾ ਟਾਈਪ ਵਿੰਦਵੇਸ਼ਵਰ ਸੰਹਿਤਾ ਦੇ ਪੰਨਾ ਨੰਬਰ 23 ਤੋਂ 25 ਪੰਨਾ ਨੰਬਰ ਤੇ ਪ੍ਰਕਰਨ ਇਸ ਪ੍ਰਕਾਰ ਹੈ। ਇੱਕ ਸਮੇਂ ਸ਼੍ਰੀ ਬ੍ਰਹਮਾ ਜੀ ਰਜਗੁਣ ਅਤੇ ਵਿਸ਼ਨੂੰ ਜੀ ਸਤਗੁਣ ਦਾ ਯੁੱਧ ਹੋ ਗਿਆ। ਕਾਰਨ ਸੀ ਕਿ ਸ਼੍ਰੀ ਬ੍ਰਹਮਾ ਰਜਗੁਣ ਨੇ ਸ਼੍ਰੀ ਵਿਸ਼ਨੂੰ ਜੀ ਦੇ ਨਿਵਾਸ ਤੇ ਜਾ ਕੇ ਕਿਹਾ ਕਿ ਹੇ ਅਭਿਮਾਨੀ, ਤੂੰ ਮੇਰੇ ਆਉਣ ਤੇ ਉੱਠ ਕੇ ਸਤਕਾਰ ਨਹੀਂ ਕੀਤਾ। ਤੂੰ ਪੁੱਤਰ ਹੋ ਕੇ ਵੀ ਪਿਤਾ ਦਾ ਸਤਕਾਰ ਨਹੀਂ ਕਰਦਾ। ਮੈਂ ਸਾਰੇ ਜਗਤ ਦੀ ਉਤਪੱਤੀ ਕਰਨ ਵਾਲਾ ਸਭ ਦਾ ਪਿਤਾ ਹਾਂ। ਇਹ ਬਚਨ ਸੁਣ ਕੇ ਸ਼੍ਰੀ ਵਿਸ਼ਨੂੰ ਜੀ ਨੂੰ ਅੰਦਰੋਂ ਤਾਂ ਬਹੁਤ ਗੁੱਸਾ ਆਇਆ, ਪਰ ਉੱਪਰੋਂ ਮੁਸਕਰਾਉਂਦੇ ਹੋਏ ਕਿਹਾ ਕਿ ਆਜਾ ਪੁੱਤਰ, ਮੈਂ ਤੇਰਾ ਪਿਤਾ ਹਾਂ। ਤੇਰੀ ਉਤਪੱਤੀ ਮੇਰੇ ਨਾਭੀ ਕਮਲ ਤੋਂ ਹੋਈ ਹੈ। ਇਸ ਗੱਲ ਤੇ ਦੋਵਾਂ ਨੇ ਹਥਿਆਰ ਚੁੱਕ ਲਏ, ਆਪਸ ਵਿੱਚ ਯੁੱਧ ਕਰਨ ਲੱਗੇ। ਉਸ ਸਮੇਂ ਕਾਲ ਬ੍ਰਹਮ ਨੇ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਤੇਜੋਮਈ ਸਤੰਭ ਖੜਾ ਕਰ ਦਿੱਤਾ, ਜਿਸ ਕਾਰਨ ਕਰਕੇ ਦੋਨਾਂ ਨੇ ਯੁੱਧ ਕਰਨਾ ਬੰਦ ਕਰ ਦਿੱਤਾ। ਉਸ ਸਮੇਂ ਕਾਲ ਬ੍ਰਹਮ ਨੇ ਆਪਣੇ ਪੁੱਤਰ ਸ਼ਿਵ ਦਾ ਰੂਪ ਬਣਾਇਆ ਅਤੇ ਆਪਣੀ ਪਤਨੀ ਦੁਰਗਾ ਨੂੰ ਪਾਰਬਤੀ ਬਣਾ ਕੇ ਉਹਨਾਂ ਦੇ ਕੋਲ ਪ੍ਰਗਟ ਹੋ ਗਿਆ। ਉਹਨਾਂ ਦੋਨਾਂ ਨੂੰ ਕਿਹਾ ਕਿ ਤੁਹਾਨੂੰ ਦੋਨਾਂ ਨੂੰ ਗਿਆਨ ਨਹੀਂ ਹੈ ਕਿ ਇੱਥੇ ਦਾ ਈਸ਼ ਕੌਣ ਹੈ। ਮੈਂ ਬ੍ਰਹਮ ਹਾਂ, ਇਹ ਸੰਸਾਰ ਮੇਰਾ ਹੈ। ਹੇ ਵਿਸ਼ਨੂੰ ਅਤੇ ਬ੍ਰਹਮਾ, ਤੁਸੀਂ ਦੋਵਾਂ ਨੇ ਤਪ ਕਰਕੇ ਮੇਰੇ ਤੋਂ ਇੱਕ ਕਰਿਤ ਪ੍ਰਾਪਤ ਕੀਤੇ ਹਨ। ਬ੍ਰਹਮਾ ਨੂੰ ਸ੍ਰਿਸ਼ਟੀ ਦੀ ਉਤਪਤੀ ਅਤੇ ਵਿਸ਼ਨੂੰ ਨੂੰ ਸਥਿਤੀ
ਪੁੱਤਰੋ ਸੁਣੋ, ਮੈਂ ਇਸੇ ਪ੍ਰਕਾਰ ਮਹੇਸ਼ ਅਤੇ ਰੂਦਰ ਨੂੰ ਵੀ ਇੱਕ ਕਰਿਤ ਸੰਹਾਰ ਅਤੇ ਤਿਰੋਪਾਵ ਦਿੱਤੇ ਹਨ। ਫਿਰ ਕਿਹਾ ਹੈ ਕਿ ਮੇਰਾ ਇੱਕ ਅੱਖਰ ਓਮ ਮੰਤਰ ਜਾਪ ਕਰਨ ਦਾ ਹੈ। ਇਹ 5 ਭਾਗਾਂ ਆ, ਓ, ਮਾ, ਨਾਦ ਅਤੇ ਬਿੰਦੂ ਦਾ ਸੰਗ੍ਰਹਿ ਇੱਕ ਅੱਖਰ ਮੰਤਰ ਬਣਿਆ ਹੈ। ਪਾਠਕ ਜਨਾਂ ਨੂੰ ਸਪਸ਼ਟ ਹੋਇਆ ਹੈ ਕਿ ਇੱਕ ਅੱਖਰ ਬ੍ਰਹਮ ਦਾ ਜਾਪ ਮੰਤਰ ਹੈ। ਇਹ ਵੀ ਸਪਸ਼ਟ ਹੋਇਆ ਕਿ ਸ਼੍ਰੀ ਬ੍ਰਹਮਾ, ਸ਼੍ਰੀ ਵਿਸ਼ਨੂੰ ਅਤੇ ਸ਼੍ਰੀ ਮਹੇਸ਼ ਤੋਂ ਹੋਰ ਕੋਈ ਕਾਲ ਬ੍ਰਹਮ ਹੈ ਅਤੇ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਜੀ ਤਿੰਨੋਂ ਕਾਲ ਬ੍ਰਹਮ ਦੇ ਪੁੱਤਰ ਹਨ। ਹੋਰ ਪ੍ਰਮਾਣ ਸ਼੍ਰੀ ਸ਼ਿਵ ਮਹਾਪੁਰਾਣ ਗੀਤਾ ਪੈਲਸ ਗੋਰਖਪੁਰ ਤੋਂ ਪ੍ਰਕਾਸ਼ਿਤ ਸਚਿੱਤਰ ਮੋਟਾ ਟਾਈਪ ਵਿੱਚ ਰੁਦਰ ਸੰਹਿਤਾ ਦੇ ਪੰਨੇ 110 ਤੇ ਲਿਖਿਆ ਹੈ ਕਿ ਰਜਗੁਣ ਬ੍ਰਹਮਾ, ਸਤਗੁਣ ਵਿਸ਼ਨੂੰ ਅਤੇ ਤਮਗੁਣ ਸ਼ਿਵ ਤਿੰਨਾਂ ਦੇਵਤਾਵਾਨ ਵਿੱਚ ਗੁਣ ਹਨ। ਮੈਂ ਇਹਨਾਂ ਤੋਂ ਭਿੰਨ ਹਾਂ। ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 239। ਇਹਨਾਂ ਸਾਰੇ ਪ੍ਰਮਾਣਾਂ ਤੋਂ ਸਪਸ਼ਟ ਹੋਇਆ ਹੈ ਕਿ ਗੀਤਾ ਗਿਆਨ ਦਾਤਾ ਕਾਲ ਬ੍ਰਹਮ ਹੈ। ਇਸ ਨੂੰ ਸ਼ਰਾਪ ਲੱਗਿਆ ਹੈ ਕਿ ਇਹ ਰੋਜ਼ 1 ਲੱਖ ਮਾਨਵ ਸ਼ਰੀਰਧਾਰੀ ਪ੍ਰਾਣੀਆਂ ਨੂੰ ਖਾਏਗਾ ਅਤੇ 1.25 ਲੱਖ ਰੋਜ਼ ਉਤਪੰਨ ਕਰੇਗਾ। ਇਸ ਕਾਰਨ ਇਸਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਇੱਕ ਗੁਣਯੁਕਤ ਬਣਾ ਰੱਖਿਆ ਹੈ। ਇਹਨਾਂ ਦੇ ਸਰੀਰ ਤੋਂ ਨਿਕਲ ਰਹੇ ਗੁਣਾਂ ਦਾ ਸੂਖਸ਼ਮ ਪ੍ਰਭਾਵ ਹਰੇਕ ਪ੍ਰਾਣੀ ਨੂੰ ਵਿਵਸ ਕਰਕੇ ਕਾਰਜ ਕਰਵਾਉਂਦਾ ਹੈ। ਜਿਵੇਂ ਰਸੋਈ ਘਰ ਵਿੱਚ ਮਿਰਚਾਂ ਦਾ ਤੜਕਾ ਲੱਗਦਾ ਹੈ, ਛਿੱਕਾਂ ਆਉਂਦੀਆਂ ਹਨ। ਉਹਨਾਂ ਛਿੱਕਾਂ ਨੂੰ ਕੋਈ ਨਹੀਂ ਰੋਕ ਪਾਉਂਦਾ। ਸਥੂਲ ਰੂਪ ਵਿੱਚ ਮਿਰਚਾਂ ਰਸੋਈ ਘਰ ਵਿੱਚ ਹੁੰਦੀਆਂ ਹਨ। ਉਹਨਾਂ ਵਿੱਚੋਂ ਨਿਕਲੇ ਗੁਣ ਨੇ ਦੂਰ ਕਮਰੇ ਵਿੱਚ ਬੈਠੇ ਵਿਅਕਤੀਆਂ ਨੂੰ ਪ੍ਰਭਾਵਿਤ ਕਰ ਦਿੱਤਾ। ਇਸ ਪ੍ਰਕਾਰ ਤਿੰਨਾਂ ਦੇਵਤਾ ਸ੍ਰੀ ਬ੍ਰਹਮਾ ਜੀ, ਸ੍ਰੀ ਵਿਸ਼ਨੂੰ ਜੀ ਤੇ ਸ੍ਰੀ ਸ਼ਿਵ ਜੀ ਆਪਣੇ ਲੋਕਾਂ ਵਿੱਚ ਰਹਿੰਦੇ ਹਨ, ਪਰੰਤੂ ਉਹਨਾਂ ਦੇ ਸਰੀਰ ਤੋਂ ਨਿਕਲ ਰਹੇ ਗੁਣਾਂ ਦਾ ਸੂਖਸ਼ਮ ਪ੍ਰਭਾਵ ਤਿੰਨਾਂ ਲੋਕਾਂ ਯਾਨੀ ਸਵਰਗ ਲੋਕ, ਪਤਾਲ ਲੋਕ, ਪ੍ਰਿਥਵੀ ਲੋਕ ਦੇ ਪ੍ਰਾਣੀਆਂ ਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ, ਜਿਸ ਨਾਲ ਕਾਲ ਬ੍ਰਹਮ ਦੇ ਲਈ 1 ਲੱਖ ਮਾਨਵ ਦਾ ਆਹਾਰ ਤਿਆਰ ਹੁੰਦਾ ਹੈ। ਇਸ ਲਈ ਗੀਤਾ ਅਧਿਆਇ 7 ਸ਼ਲੋਕ 12 ਵਿੱਚ ਗੀਤਾ ਗਿਆਨ ਦਾਤਾ ਬ੍ਰਹਮ ਨੇ ਕਿਹਾ ਹੈ ਕਿ ਤਿੰਨੋਂ ਗੁਣਾਂ ਤੋਂ ਜੋ ਕੁਝ ਵੀ ਹੋ ਰਿਹਾ ਹੈ ਉਸ ਦਾ ਨੇਮਤ ਕਾਰਨ ਮੈਂ ਹੀ ਹਾਂ। ਜਿਵੇਂ ਰਜਗੁਣ ਬ੍ਰਹਮਾ ਜੀ ਤੋਂ ਉਤਪਤੀ, ਸਤਗੁਣ ਵਿਸ਼ਨੂੰ ਜੀ ਤੋਂ ਸਥਿਤੀ ਅਤੇ ਤਮਗੁਣ ਸ਼ਿਵ ਜੀ ਤੋਂ ਸੰਹਾਰ ਹੁੰਦਾ ਹੈ। ਇਹ ਸਭ ਮੇਰੇ ਲਈ ਹੀ ਇਹਨਾਂ ਦੇ ਦੁਆਰਾ ਹੋ ਰਿਹਾ ਹੈ ਅਜਿਹਾ ਜਾਣ। ਪਰੰਤੂ ਉਹ ਮੇਰੇ ਵਿੱਚ ਅਤੇ ਮੈਂ ਉਹਨਾਂ ਵਿੱਚ ਨਹੀਂ ਹਾਂ, ਕਿਉਂਕਿ ਕਾਲ ਬ੍ਰਹਮ ਇਹਨਾਂ ਤਿੰਨਾਂ ਦੇਵਤਾਵਾਨ ਤੋਂ ਭਿੰਨ ਰਹਿੰਦਾ ਹੈ। ਗੀਤਾ ਅਧਿਆਇ 7 ਸ਼ਲੋਕ 12 ਸਾਰਾ ਸੰਸਾਰ ਇਹਨਾਂ ਤਿੰਨਾਂ ਗੁਣਾਂ ਯਾਨੀ ਰਜਗੁਣ ਬ੍ਰਹਮਾ ਜੀ, ਸਤਗੁਣ ਵਿਸ਼ਨੂੰ ਜੀ ਤੇ ਤਮਗੁਣ ਸ਼ਿਵ ਜੀ ਉੱਪਰ ਹੀ ਮੋਹਿਤ ਹੈ। ਇਹਨਾਂ ਤੱਕ ਗਿਆਨ ਰੱਖਦਾ ਹੈ। ਇਹਨਾਂ ਤਿੰਨਾਂ ਦੇਵਤਾਵਾਨ ਤੋਂ ਪਰੇ ਮੈਨੂੰ ਅਤੇ ਅਵਿਯਮ ਉਸ ਅਵਿਨਾਸ਼ੀ ਪਰਮਾਤਮਾ ਨੂੰ ਨਹੀਂ ਜਾਣਦਾ। ਗੀਤਾ ਅਧਿਆਇ 7 ਸ਼ਲੋਕ 13 ਕਿਉਂਕਿ ਇਹ ਅਲੌਕਿਕ ਤ੍ਰਿਗੁਣਮਈ ਮੇਰੀ ਮਾਇਆ ਯਾਨੀ ਅਰਥਾਤ ਮੇਰੇ ਪੁੱਤਰਾਂ ਦੁਆਰਾ ਫੈਲਾਇਆ ਮਾਇਆ ਜਾਲ ਬਹੁਤ ਦੂਸਤਰ ਹੈ, ਨਕੰਮੀ ਹੈ। ਜੋ ਸਾਧਕ ਕੇਵਲ ਮੈਨੂੰ ਯਾਨੀ ਕਾਲ ਬ੍ਰਹਮ ਨੂੰ ਭਜਦੇ ਹਨ, ਉਹ ਇਸ ਮਾਇਆ ਯਾਨੀ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਭਗਤੀ ਨਾਲ ਹੋਣ ਵਾਲੇ ਲਾਭ ਤੋਂ ਅਧਿਕ ਲਾਭ ਬ੍ਰਹਮ ਭਗਤੀ ਵਿੱਚ ਹੈ। ਇਸ ਲਈ ਕਿਹਾ ਹੈ ਕਿ ਜੋ ਇਹਨਾਂ ਤਿੰਨਾਂ ਤੋਂ ਮਿਲਣ ਵਾਲੇ ਲਾਭ ਨੂੰ ਤਿਆਗ ਕੇ ਕਾਲ ਬ੍ਰਹਮ ਦੀ ਸਾਧਨਾ ਕਰਦੇ ਹਨ, ਉਹ ਇਹਨਾਂ ਦਾ ਉਲੰਘਣ ਕਰਕੇ ਅਰਥਾਤ ਇਹਨਾਂ ਦੀ ਸਾਧਨਾ ਦਾ ਤਿਆਗ ਕਰ ਦਿੰਦੇ ਹਨ, ਦਾ ਉਲੰਘਣ ਕਰ ਜਾਂਦੇ ਹਨ। ਗੀਤਾ ਅਧਿਆਇ 7 ਸ਼ਲੋਕ 14 ਗੀਤਾ ਅਧਿਆਇ 7 ਸ਼ਲੋਕ 15 ਵਿੱਚ ਕਿਹਾ ਹੈ ਕਿ ਤਿੰਨੋਂ ਗੁਣ ਯਾਨੀ ਰਜਗੁਣ ਬ੍ਰਹਮਾ ਜੀ, ਸਤਗੁਣ ਵਿਸ਼ਨੂੰ ਜੀ ਅਤੇ ਤਮਗੁਣ ਸ਼ਿਵ ਜੀ ਸਾਧਕ ਰੂਪੀ ਮਾਇਆ ਜਾਲ ਦੁਆਰਾ ਜਿਨ੍ਹਾਂ ਦਾ ਗਿਆਨ ਹਰਿਆ ਜਾ ਚੁੱਕਾ ਹੈ। ਅਰਥਾਤ ਜੋ ਸਾਧਕ ਇਹਨਾਂ ਤਿੰਨਾਂ ਦੇਵਤਾਵਾਨ ਤੋਂ ਭਿੰਨ ਪ੍ਰਭੂ ਨੂੰ ਨਹੀਂ ਜਾਣਦੇ, ਇਹਨਾਂ ਤੋਂ ਮਿਲਣ ਵਾਲੇ ਨਾਮਾਤਰ ਲਾਭ ਤੋਂ ਹੀ ਮੋਕਸ਼ ਮੰਨ ਕੇ ਇਹਨਾਂ ਨੂੰ ਚਿਪਕੇ ਰਹਿੰਦੇ ਹਨ, ਇਹਨਾਂ ਦੀ ਪੂਜਾ ਕਰਦੇ ਰਹਿੰਦੇ ਹਨ। ਐਸੇ ਵਿਅਕਤੀ ਅਸੁਰ ਸੁਭਾਅ ਨੂੰ ਧਾਰਨ ਕੀਤੇ ਹੋਏ ਮਨੁੱਖਾਂ ਵਿੱਚ ਨੀਚ ਦੂਸ਼ਿਤ ਕਰਮ ਵਾਲੇ ਮੂਰਖ ਜਨ ਮੈਨੂੰ ਕਾਲ ਨੂੰ ਨਹੀਂ ਭਜਦੇ। ਗੀਤਾ ਅਧਿਆਇ 7 ਸ਼ਲੋਕ 15 ਆਪ ਜੀ ਸੁਣ ਰਹੇ ਹੋ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਤ ਕਿਤਾਬ ਜੀਨੇ ਕੀ ਰਾਹ ਦਾ ਪੰਨਾ ਨੰਬਰ 240। ਗੀਤਾ ਅਧਿਆਇ 14 ਸ਼ਲੋਕ 19 ਵਿੱਚ ਗੀਤਾ ਗਿਆਨ ਦਾਤਾ ਨੇ ਕਿਹਾ ਹੈ ਕਿ ਜਿਸ ਸਮੇਂ ਦ੍ਰਿਸ਼ਟਾ ਅਰਥਾਤ ਤੱਤਵ ਗਿਆਨ ਸੁਣਨ ਵਾਲਾ ਅਤੇ ਜੋ ਤਿੰਨੋਂ ਗੁਣਾਂ ਯਾਨੀ ਰਜਗੁਣ ਬ੍ਰਹਮਾ, ਸਤਗੁਣ ਵਿਸ਼ਨੂੰ ਅਤੇ ਤਮਗੁਣ ਸ਼ਿਵ ਦੀ ਇਸ਼ਟ ਰੂਪ ਵਿੱਚ ਪੂਜਾ ਕਰਨ ਵਾਲਾ ਆਪਣੀ ਪੁਰਾਣੀ ਧਾਰਨਾ ਨੂੰ ਨਹੀਂ ਬਦਲਦਾ, ਅਰਥਾਤ ਇਹਨਾਂ ਤਿੰਨਾਂ ਦੇ ਇਲਾਵਾ ਕਿਸੇ ਨੂੰ ਕਰਤਾ ਨਹੀਂ ਮੰਨਦਾ ਅਤੇ ਇਹਨਾਂ ਤਿੰਨਾਂ ਤੋਂ ਪਰੇ ਪੂਰਨ ਪਰਮਾਤਮਾ ਦਾ ਗਿਆਨ ਵੀ ਪ੍ਰਾਪਤ ਕਰ ਲੈਂਦਾ ਹੈ, ਉਹ ਮੇਰੇ ਹੀ ਜਾਲ ਵਿੱਚ ਰਹਿ ਜਾਂਦਾ ਹੈ। ਗੀਤਾ ਅਧਿਆਇ 14 ਸ਼ਲੋਕ 19 ਗੀਤਾ ਅਧਿਆਇ 14 ਸ਼ਲੋਕ 19 ਵਿੱਚ ਗੀਤਾ ਗਿਆਨ ਦਾਤਾ ਨੇ ਕਿਹਾ ਹੈ
ਕਿ ਦੇਹਧਾਰੀ ਮਨੁੱਖ ਇਹਨਾਂ ਤਿੰਨਾਂ ਦਾ ਉਲੰਘਣ ਕਰਕੇ ਅਰਥਾਤ ਇਹਨਾਂ ਤਿੰਨਾਂ ਦੀ ਪੂਜਾ ਤਿਆਗ ਕੇ ਹੀ ਜਨਮ ਮਰਨ ਤੇ ਵਿਰਧ ਅਵਸਥਾ ਦੇ ਤੇ ਹੋਰ ਸਭ ਦੁੱਖਾਂ ਤੋਂ ਮੁਕਤ ਹੋ ਕੇ ਪਰਮਾਨੰਦ ਅਰਥਾਤ ਗੀਤਾ ਅਧਿਆਇ 18 ਸ਼ਲੋਕ 62 ਅਤੇ ਅਧਿਆਇ 15 ਸ਼ਲੋਕ 4 ਵਿੱਚ ਵਰਣਿਤ ਪਰਮ ਸ਼ਾਂਤੀ ਅਤੇ ਸਨਾਤਨ ਪਰਮ ਧਾਮ ਨੂੰ ਪ੍ਰਾਪਤ ਹੁੰਦਾ ਹੈ। ਸਾਰੰਸ਼ ਤਿੰਨਾਂ ਦੇਵਤਾਵਾਂ ਯਾਨੀ ਬ੍ਰਹਮਾ ਜੀ ਰਜਗੁਣ, ਵਿਸ਼ਨੂੰ ਜੀ ਸਤਗੁਣ ਤੇ ਸ਼ਿਵ ਜੀ ਤਮਗੁਣ ਦੀ ਪੂਜਾ ਕਰਨ ਵਾਲੇ ਰਾਖਸ਼ ਸੁਭਾਅ ਨੂੰ ਧਾਰਨ ਕੀਤੇ ਹੋਏ ਮਨੁੱਖਾਂ ਵਿੱਚੋਂ ਨੀਚ ਦੂਸ਼ਿਤ ਕਰਮ ਕਰਨ ਵਾਲੇ ਮੂਰਖ ਕਿਹਾ ਹੈ। ਭਾਵਅਰਥ ਹੈ ਕਿ ਇਹਨਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਹੈ। ਕਾਰਨ ਸ੍ਰੀ ਬ੍ਰਹਮਾ ਜੀ ਰਜਗੁਣ ਦੀ ਪੂਜਾ ਹਿਰਣਾਕਸ਼ਿਪ ਨੇ ਕੀਤੀ ਸੀ। ਆਪਣੇ ਪੁੱਤਰ ਪ੍ਰਹਿਲਾਦ ਦਾ ਸ਼ਤਰੂ ਬਣ ਗਿਆ। ਰਾਖਸ਼ ਕਹਾਇਆ ਕੁੱਤੇ ਦੀ ਮੌਤ ਮਰਿਆ। ਸ੍ਰੀ ਸ਼ਿਵ ਜੀ ਤਮਗੁਣ ਦੀ ਪੂਜਾ ਰਾਵਣ ਨੇ ਕੀਤੀ ਸੀ। ਜਗਤ ਜਨਨੀ ਸੀਤਾ ਨੂੰ ਉਠਾਇਆ ਪਤਨੀ ਬਣਾਉਣ ਦੀ ਕੁਚੇਸ਼ਟਾ ਕੀਤੀ। ਰਾਖਸ਼ ਕਹਾਇਆ ਕੁੱਤੇ ਦੀ ਮੌਤ ਮਰਿਆ। ਭਸਮਾਸੁਰ ਨੇ ਵੀ ਤਮਗੁਣ ਸ਼ਿਵ ਜੀ ਦੀ ਪੂਜਾ ਕੀਤੀ ਸੀ। ਰਾਖਸ਼ ਕਹਾਇਆ ਬੋ ਮੌਤ ਮਾਰਿਆ ਗਿਆ। ਸ੍ਰੀ ਵਿਸ਼ਨੂੰ ਜੀ ਦੀ ਪੂਜਾ ਕਰਨ ਵਾਲੇ ਵੈਸ਼ਣਵ ਕਹਾਉਂਦੇ ਹਨ। ਇੱਕ ਸਮੇਂ ਹਰਿਦੁਆਰ ਵਿੱਚ ਇੱਕ ਕੁੰਭ ਦਾ ਪੁਰਬ ਲੱਗਿਆ। ਉਸ ਪੁਰਬ ਵਿੱਚ ਇਸ਼ਨਾਨ ਕਰਨ ਦੇ ਲਈ ਸਰਵ ਸੰਤ ਯਾਨੀ ਗਿਰੀਪੁਰੀ ਨਾਥ ਨਾਗਾ ਪਹੁੰਚ ਗਏ। ਨਾਗਾ ਸ੍ਰੀ ਸ਼ਿਵ ਜੀ ਤਮਗੁਣ ਦੇ ਪੁਜਾਰੀ ਹੁੰਦੇ ਹਨ ਅਤੇ ਵੈਸ਼ਣਵ ਸ੍ਰੀ ਵਿਸ਼ਨੂੰ ਜੀ ਸਤਗੁਣ ਜੀ ਦੇ ਪੁਜਾਰੀ ਹੁੰਦੇ ਹਨ। ਸਭ ਹਰਿਦੁਆਰ ਵਿੱਚ ਹਰ ਕੀ ਪੈੜੀ ਉੱਪਰ ਇਸ਼ਨਾਨ ਕਰਨ ਦੀ ਤਿਆਰੀ ਕਰਨ ਲੱਗੇ, ਜੋ ਸੰਖਿਆ ਲਗਭਗ 20,000 ਸਨ। ਕੁਝ ਦੇਰ ਬਾਅਦ ਇੰਨੀ ਹੀ ਸੰਖਿਆ ਵਿੱਚ ਵੈਸ਼ਣਵ ਸਾਧੂ ਹਰ ਕੀ ਪੌੜੀਆਂ ਉੱਤੇ ਪਹੁੰਚ ਗਏ। ਵੈਸ਼ਣਵ ਸਾਧੂਆਂ ਨੇ ਨਾਗਾਵਾਂ ਨੂੰ ਕਿਹਾ ਕਿ ਅਸੀਂ ਸਰਵ ਸ਼੍ਰੇਸ਼ਠ ਹਾਂ, ਅਸੀਂ ਪਹਿਲਾਂ ਇਸ਼ਨਾਨ ਕਰਾਂਗੇ। ਇਸ ਹੀ ਗੱਲ ਉੱਤੇ ਝਗੜਾ ਹੋ ਗਿਆ। ਤਲਵਾਰ ਕਟਾਰੀ ਛੁਰੇ ਨਾਲ ਲੜਨ ਲੱਗੇ। ਲਗਭਗ 25,000 ਦੋਨਾਂ ਪੱਖਾਂ ਦੇ ਸਾਧੂ ਤਿੰਨੋਂ ਗੁਣਾਂ ਦੇ ਉਪਾਸਕ ਕੱਟ ਕੇ ਮਰ ਗਏ। ਇਸ ਲਈ ਗੀਤਾ ਅਧਿਆਇ 7 ਸ਼ਲੋਕ 12 ਤੋਂ 15 ਵਿੱਚ ਤਿੰਨੋਂ ਗੁਣਾਂ ਯਾਨੀ ਰਜਗੁਣ ਬ੍ਰਹਮਾ ਜੀ, ਸਤਗੁਣ ਵਿਸ਼ਨੂੰ ਜੀ ਤੇ ਤਮਗੁਣ ਸ਼ਿਵ ਜੀ ਦੇ ਉਪਾਸਕਾਂ ਨੂੰ ਰਾਖਸ਼ ਸੁਭਾਅ ਨੂੰ ਧਾਰਨ ਕਰੇ ਹੋਏ ਮਨੁੱਖਾਂ ਵਿੱਚੋਂ ਨੀਚ ਦੂਸ਼ਿਤ ਕਰਮ ਕਰਨ ਵਾਲੇ ਮੂਰਖ ਕਿਹਾ ਹੈ। ਇਸ ਤੋਂ ਸਿੱਧ ਹੋਇਆ ਕਿ ਸ੍ਰੀ ਬ੍ਰਹਮਾ ਰਜਗੁਣ, ਸ੍ਰੀ ਵਿਸ਼ਨੂੰ ਸਤਗੁਣ ਅਤੇ ਸ੍ਰੀ ਸ਼ਿਵ ਤਮਗੁਣ ਦੀ ਭਗਤੀ ਕਰਨ ਵਾਲੇ ਮੂਰਖ ਰਾਖਸ਼ ਮਨੁੱਖਾਂ ਵਿੱਚੋਂ ਨੀਚ ਅਤੇ ਘਟੀਆ ਕਰਮ ਕਰਨ ਵਾਲੇ ਮੂਰਖ ਵਿਅਕਤੀ ਹਨ। ਅਰਥਾਤ ਇਹਨਾਂ ਦੀ ਪੂਜਾ ਕਰਨਾ ਸ੍ਰੀ ਮਦ ਭਗਵਤ ਗੀਤਾ ਵਿੱਚ ਮਨਾ ਕੀਤਾ ਹੈ। ਇਹਨਾਂ ਦੀ ਇਸ਼ਟ ਰੂਪ ਵਿੱਚ ਪੂਜਾ ਬੇਅਰਥ ਹੈ।